केसरी पग बन्नी ते चिट्टा कुर्ता पजामा पाई बैठे ये ने विधान सभा हलका निहाल सिंह वाला तो विधायक मनजीत सिंह बिलासपुर। बहुत सारे लोग ये कहते भी पार्टियां दे विच टिकटां सौखियां नहीं मिलदियां, ਇਹਦੇ ਲਈ 2 ਨੰਬਰ ਦਾ ਕੰਮ ਜਿਹਾ ਹੁੰਦਾ ਵੀ ਪੈਸਾ ਧੇਲਾ ਵੀ ਚੱਲਦਾ। ਇਹ ਮਨਜੀਤ ਸਿੰਘ ਬਿਲਾਸਪੁਰ ਨੂੰ ਟਿਕਟ ਫਿਰ ਦਿੱਲੀ ਤੋਂ ਸਿੱਧੀ ਆ ਗਈ, ਝੋਲੇ 'ਚ ਖਾਤੇ 'ਚ ਪੈ ਗਈ। ਲੋਕ ਕਹਿੰਦੇ ਸੀ ਮਨਜੀਤ ਚੱਲਦੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੀ ਸਾਈਡ ਬਹਿ ਕੇ, ਜਦ ਕਿ ਮੈਂ ਨਹੀਂ ਸੀ ਬੈਠਾ, ਉਹ ਇੱਕ ਹੋਰ ਐਮਐਲਏ ਸੀ ਜਿਹੜਾ ਜਾ ਕੇ ਬੈਠਾ ਸੀ। ਇਸ ਵਾਰੀ ਸੀਗਾ ਮਨ ਦੇ ਵਿੱਚ ਵੀ ਇਸ ਵਾਰੀ ਮੰਤਰੀ ਵਾਲੀ ਦਾ ਆਪਾਂ ਨੂੰ ਮਿਲੂਗੀ ਗੱਡੀ। ਇਸ ਵਾਰੀ ਆਮ ਆਦਮੀ ਪਾਰਟੀ ਨੂੰ ਜਿਹੜਾ ਚੱਕਰ ਪਾਇਆ ਉਹਨਾਂ ਦੇ ਪੀਏ ਨੇ ਪਾਇਆ। ਬੜੇ ਸਾਰੇ ਪੀਏ ਦੇ ਰੌਲੇ ਪੈ ਗਏ। ਤੁਸੀਂ ਆਪਦੇ ਪੀਏ ਦਾ ਠੀਕ ਆ, ਤੁਹਾਡੇ ਪੱਕਾ ਤੌਰ ਤੇ ਕੋਸ਼ਿਸ਼ ਕੀਤਾ ਵੀ ਆਹ ਬੰਦਾ ਇਹਨੂੰ ਮਿਲੋ ਬਸ। ਕੋਠੀ ਸੁੱਖ ਨਾਲ ਚੰਗੀ ਵੱਡੀ ਪਾ ਲਈ ਹੈ, ਇਹ ਆਪਦੇ ਪੈਸੇ ਦੀਆਂ ਲੋਕ ਕੱਲ ਨੂੰ ਇਲਜ਼ਾਮ ਨਾ ਲਾ ਦੇਣ। ਜਦੋਂ ਪੱਤਰਕਾਰ ਲੀਡਰਾਂ ਕੋਲੇ ਜਾਂਦੇ ਆ ਚਸਕਾ ਜਿਹਾ ਪੈ ਜਾਂਦਾ ਵੀ ਯਾਰ ਟੌਰ ਬਹੁਤ ਆ, ਗਨਮੈਨ ਹੁੰਦੇ ਆ, ਲੋਕ ਆਉਂਦੇ ਆ ਕੰਮ ਕਰਾਉਣ। ਉਹ ਚੀਜ਼ ਨੇ ਤਾਂ ਨਹੀਂ ਜ਼ਿਆਦਾ ਖਿੱਚੀ। ਨਹੀਂ, ਉਹ ਚੀਜ਼ ਉਤਸ਼ਾਹਤ ਕਰਦੀ ਸੀ। ਜਿਹੜਾ ਤਾਂ ਤੱਤਾ ਹੋ ਕੇ ਆਉਂਦਾ ਉਹ ਤੁਹਾਡਾ ਬੜਾ ਖਾਸ ਬੰਦਾ ਹੋ, ਠੀਕ ਹੈ, ਉਹਨੇ ਤੁਹਾਡੀ ਖਾਤਰ ਕੁਝ ਕੀਤਾ ਹੋਊਗਾ, ਇਸ ਕਰਕੇ ਉਹਦਾ ਹੱਕ, ਉਹ ਹੱਕ ਮਹਿਸੂਸ ਕਰਦਾ, ਇਸ ਕਰਕੇ ਉਹ ਤੁਹਾਡੇ ਤੇ ਤੱਤਾ ਹੁੰਦਾ। ਚਿੱਟਾ ਸੱਟਾ ਚੋਰੀ ਇਹ ਨਾਲ ਸਾਡੀ ਕੋਈ ਲਿਹਾਜ਼ ਨਹੀਂ। ਇਹ ਮੇਰਾ ਪ੍ਰਸ਼ਾਸਨ ਨੂੰ ਕਿਹਾ ਵਾ ਵੀ ਇਹ ਜਿੱਥੇ ਵੀ ਕੋਈ ਮਿਲਦਾ ਇਹ ਤੇ ਪ੍ਰੋਪਰ ਕਾਰਵਾਈ ਕਰੋ। ਤੇ ਇਹਨਾਂ ਦੇ ਲਈ ਫਿਰ ਪੂਰਾ ਚੱਲਦਾ ਰਹੋ ਹੁਣ ਪੂਰਾ, ਮਤਲਬ ਇਹ ਤੁਹਾਡੇ ਤੇ ਡਰਦੇ ਕਹਿ ਸਕਦੇ ਹੈ। ਜਿਹੜੀਆਂ ਬਹੁਤ ਸਾਰੇ ਲੋਕ ਹੁੰਦੇ ਨੇ ਨਾ, ਉਹ ਚੋਰ ਮੋਰੀ ਥਾਈ ਆਉਣ ਦੀ ਕੋਸ਼ਿਸ਼ ਕਰਦੇ ਨੇ ਵੀ ਵਿਧਾਇਕ ਸਾਹਿਬ ਤਾਂ ਚਲੋ ਨਹੀਂ ਮੰਨਦੇ ਤੇ ਇੱਧਰ ਬੀਬੀ ਜੀ ਨੂੰ ਫਰਿਆਦ ਲਾ ਦਈਏ। ਇਹੋ ਜਿਹੇ ਵੀ ਆ ਜਾਂਦੇ ਨੇਗੇ। ਮੈਨੂੰ ਪੱਗ ਬਹੁਤ ਅੱਛੀ ਲੱਗਦੀ ਹੈ। ਅੱਛਾ, ਪੱਗ ਬਹੁਤ ਸੋਹਣੀ ਲੱਗਦੀ ਹੈ। ਅੱਛਾ, ਹੁਣ ਅੱਜ ਤੋਂ ਬਾਅਦ ਇਹ ਹੋਰ ਟਾਈਮ ਲਾਉਣਗੇ। ਲੁਧਿਆਣੇ ਦੇ ਵਿੱਚ ਸਾਈਕਲਾਂ ਦਾ ਹੀ ਪਾਰਟ ਬਣਾਉਂਦੀ ਹੈ ਕੰਪਨੀ। ਮੈਂ ਉੱਥੇ ਫਿਰ ਸਿਕਿਉਰਿਟੀ ਗਾਰਡ ਵਜੋਂ ਦੁਪਹਿਰ ਵੇਲੇ ਮੈਨੂੰ ਇੱਕ ਰੋਟੀ ਦੇਣੀ, ਸਿਰਫ ਇੱਕ। ਜ਼ਿਆਦਾਤਰ ਉਹ ਹੁੰਦੇ ਸੀ ਉਹ ਚਣਿਆਂ ਦੇ ਨਾਲ। ਅੱਜ ਜਿਸ ਵਿਧਾਇਕ ਸਾਹਿਬ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਹੈ, ਉਹਨਾਂ ਦਾ ਸੰਘਰਸ਼ ਬਹੁਤ ਲੰਬਾ ਹੈ। ਕਈ ਰਾਤਾਂ ਉਹਨਾਂ ਨੇ ਕਾਲੀਆਂ ਕੀਤੀਆਂ, ਵਿਖੜੇ ਪੈੜਿਆਂ ਦੇ ਵਿੱਚੋਂ ਲੰਘ ਕੇ ਆਏ ਨੇ। ਬਿਲਾਸਪੁਰ ਸਾਹਿਬ ਮਨਜੀਤ ਸਿੰਘ ਬਿਲਾਸਪੁਰ ਦੇ ਨਾਲ ਅੱਜ ਇੰਟਰਵਿਊ ਕਰਨੀ ਹੈ। ਨਿਹਾਲ ਸਿੰਘ ਵਾਲਾ ਤੋਂ ਐਮਐਲਏ ਨੇ, 2017 ਦੇ ਵਿੱਚ ਵੀ ਉਹ ਵਿਧਾਇਕ ਬਣੇ ਨੇ। ਗੱਲਬਾਤ ਕਰਨੀ ਹੈ, ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਸਰ? ਬਹੁਤ ਵਧੀਆ, ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਬਹੁਤ ਅੱਛੀ, ਹਲਕੇ ਦਾ ਕੰਮਕਾਰ ਠੀਕ ਚੱਲ ਰਿਹਾ? ਪੂਰਾ ਵਧੀਆ। ਤੇ ਮੈਨੂੰ ਇਹ ਦੱਸੋ ਵੀ ਅੱਜ ਦੀ ਜਿਹੜੀ ਇੰਟਰਵਿਊ ਆਪਾਂ ਥੋੜੀ ਜਿਹੀ ਪੋਲੀਟੀਕਲ ਤੋਂ ਹਟ ਕੇ ਕਰਨੀ ਹੈ। ਮਨਜੀਤ ਸਿੰਘ ਬਿਲਾਸਪੁਰ ਦੀ ਜ਼ਿੰਦਗੀ ਸ਼ੁਰੂ ਕਿੱਥੋਂ ਹੁੰਦੀ ਹੈ? ਮੇਰੀ ਜ਼ਿੰਦਗੀ ਕਿਤਾਬਾਂ ਤੋਂ ਸ਼ੁਰੂ ਹੁੰਦੀ ਹੈ ਜੀ। ਮੈਨੂੰ ਬਚਪਨ ਦੇ ਵਿੱਚ ਕਿਤਾਬਾਂ ਪੜ੍ਹਨ ਦਾ ਬੜਾ ਸ਼ੌਕ ਸੀ। ਕਿਤਾਬਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਕਾਮਯਾਬ ਹੋਈਆਂ, ਉਹਨਾਂ ਦਾ ਜੀਵਨ ਮੈਨੂੰ ਪੜ੍ਹਨਾ ਬੜਾ ਚੰਗਾ ਲੱਗਦਾ ਸੀ। ਜਦੋਂ ਉਹਨਾਂ ਦਾ ਜੀਵਨ ਪੜ੍ਹਦੇ ਸੀ ਤਾਂ ਆਪਦੇ ਮਨ ਦੇ ਵਿੱਚ ਇੱਕ ਲਗਨ ਪੈਦਾ ਹੁੰਦੀ ਸੀ ਕਿ ਜਿਵੇਂ ਇਹ ਲੋਕ ਇੰਨੇ ਮਾੜੇ ਹਾਲਾਤਾਂ 'ਚੋਂ, ਇੰਨੀ ਗਰੀਬੀ ਦੇ ਵਿੱਚੋਂ ਉੱਠ ਕੇ ਕਿਸੇ ਨਾ ਕਿਸੇ ਮੁਕਾਮ 'ਤੇ ਪਹੁੰਚੇ ਨੇ, ਤੇ ਸਾਨੂੰ ਵੀ ਇਹ ਸੰਘਰਸ਼ ਕਰਨਾ ਚਾਹੀਦਾ ਔਰ ਸਾਨੂੰ ਵੀ ਕੋਈ ਨਾ ਕੋਈ ਮੁਕਾਮ ਹਾਸਲ ਕਰਨਾ ਚਾਹੀਦਾ। ਇਸ ਕਰਕੇ ਜਦੋਂ ਸੰਘਰਸ਼ ਸ਼ੁਰੂ ਕੀਤਾ, ਉਸ ਤੋਂ ਬਾਅਦ ਤਕਰੀਬਨ ਪੂਰੇ 20 ਸਾਲ ਦਾ ਲੰਬਾ ਸਫ਼ਰ ਮੈਂ ਇੱਕ ਲੰਬੇ, ਤਿੱਖੇ ਤੇ ਬਹੁਤ ਸੰਕਟਮਈ ਸੰਘਰਸ਼ ਦੇ ਵਿੱਚੋਂ ਗੁਜ਼ਰ ਕੇ ਆਪਣਾ ਮੁਕਾਮ ਹਾਸਲ ਕੀਤਾ। ਜੀ, ਅੱਛਾ, ਤੁਸੀਂ ਘਟਨਾਵਾਂ ਦਾ ਜੇ ਜ਼ਿਕਰ ਕਰੀਏ ਤਾਂ ਜਿਹਦਾ ਹਰ ਇਨਸਾਨ ਹੈ, ਸ਼ੁਰੂਆਤੀ ਦਿਨਾਂ ਦੇ ਵਿੱਚ ਉਸਨੂੰ ਮਿਹਨਤ ਕਰਨੀ ਪੈਂਦੀ ਹੈ। ਤੁਸੀਂ ਆਰਟੀਕਲ ਲਿਖੇ ਨੇ ਤਾਂ ਕਿਉਂਕਿ ਜਿਹੜੇ ਪੱਤਰਕਾਰ ਹੁੰਦੇ ਨੇ ਉਹਨਾਂ ਦੀ ਕੋਈ ਪੱਕੀ ਤਨਖਾਹ ਨਹੀਂ ਹੁੰਦੀ, ਤਾਂ ਫਿਰ ਉਦੋਂ ਜ਼ਿੰਦਗੀ ਕਿਵੇਂ ਚੱਲੀ ਹੈ? ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਨਾ ਕਿ ਮੈਨੂੰ ਪੜ੍ਹਨ ਦਾ ਸ਼ੌਕ ਸੀ। ਜਦੋਂ ਮੈਨੂੰ ਪੜ੍ਹਨ ਦਾ ਸ਼ੌਕ ਸੀ, ਫਿਰ ਮੈਨੂੰ ਲਿਖਣ ਦਾ ਸ਼ੌਕ ਪੈਦਾ ਹੋਇਆ। ਜੀ। ਜਦੋਂ ਮੈਂ +1 ਦੇ ਵਿੱਚ ਦਾਖਲਾ ਲਿਆ ਜਲੰਧਰ, ਤਾਂ ਉਸ ਸਮੇਂ ਮੈਂ ਕਵਿਤਾਵਾਂ, ਗੀਤ, ਕਹਾਣੀਆਂ ਆਦਿ ਲਿਖਦਾ ਸੀ। ਔਰ ਇਹ ਮੇਰੀ ਖੁਸ਼ਕਿਸਮਤੀ ਰਹੀ ਹੈ ਕਿ ਜੋ ਵੀ ਮੈਂ ਲਿਖਦਾ ਸੀ ਤੇ ਉਹ ਮੇਰਾ ਵੱਡੇ ਪੰਜਾਬੀ ਦੇ ਵੱਡੇ ਅਖਬਾਰਾਂ ਦੇ ਵਿੱਚ ਤਕਰੀਬਨ ਛਪਦਾ ਸੀ। ਚਾਹੇ ਉਹ ਕਹਾਣੀ ਹੁੰਦੀ ਸੀ, ਚਾਹੇ ਉਹ ਆਰਟੀਕਲ ਹੁੰਦਾ ਸੀ। ਆਰਟੀਕਲ ਮੇਰੇ ਜ਼ਿਆਦਾਤਰ ਸਮਾਜਿਕ ਬੁਰਾਈਆਂ, ਸਮਾਜਿਕ ਕੁਰੀਤੀਆਂ ਦੇ ਖਿਲਾਫ ਹੁੰਦੇ ਸੀ। ਤੇ ਆਰਟੀਕਲ ਲਿਖਣ ਕਰਕੇ ਜਾਂ ਮੇਰੀਆਂ ਕਹਾਣੀਆਂ ਲਗਾਤਾਰ 3-3 ਅੰਕ, ਜਿਵੇਂ ਹਰ ਸੰਡੇ ਲੜੀਵਾਰ ਛਪਦੀਆਂ ਹੁੰਦੀਆਂ ਸੀ, ਤਾਂ ਮੇਰੀ ਪਹਿਚਾਣ ਪੰਜਾਬ ਦੇ ਵਿੱਚ ਬੜੀ ਦੂਰ ਦੂਰ ਤੱਕ ਬਣ ਗਈ। ਸਾਹਿਤ ਸਭਾਵਾਂ ਦੇ ਸੱਦੇ ਆਉਣ ਲੱਗ ਪਏ। ਕਪੂਰਥਲਾ ਜਾਣਾ ਜੀ, ਜਲੰਧਰ ਜਾਣਾ, ਲੁਧਿਆਣੇ ਜਾਣਾ, ਦੂਰ ਦੂਰ ਤੱਕ। ਤੇ ਜਾਣਾ ਵੀ ਜ਼ਰੂਰ ਹੁੰਦਾ ਸੀ ਤੇ ਜੇਬ ਦੇ ਵਿੱਚ ਕਿਰਾਇਆ ਵੀ ਨਹੀਂ ਸੀ ਹੁੰਦਾ। ਅੱਛਾ। ਕਈ ਵਾਰ ਇਹ ਹੁੰਦਾ ਸੀ ਵੀ ਜਿੱਥੇ ਪਹੁੰਚਣਾ ਉੱਥੋਂ ਦਾ ਪ੍ਰਬੰਧ ਕਰਨਾ ਕਿਰਾਏ ਦਾ, ਤੇ ਆਉਣ ਬਾਰੇ ਕਦੇ ਨਹੀਂ ਸੋਚਿਆ। ਤੇ ਆਉਣ ਵੇਲੇ ਕਈ ਵਾਰ ਉਹਨਾਂ ਟਾਈਮਾਂ ਦੇ ਵਿੱਚ ਜ਼ਿਆਦਾਤਰ ਲੋਕ ਬੱਸਾਂ ਦੇ ਵਿੱਚ ਸਫ਼ਰ ਕਰਦੇ ਸੀ। ਸਕੂਟਰ, ਮੋਟਰਸਾਈਕਲ ਵਿਰਲੇ ਹੁੰਦੇ ਸੀ।
ਕਾਰਾਂ ਤਾਂ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀ। 1997 98 99 ਦੀਆਂ ਗੱਲਾਂ ਨੇ ਜੀ। ਉਹਨਾਂ ਟਾਈਮਾਂ ਦੇ ਵਿੱਚ ਕਈ ਵਾਰ ਸ਼ਾਮ ਵਾਲੀ ਬੱਸ ਮੈਂ ਇਸ ਕਰਕੇ ਲੰਘਾਉਂਦਾ ਸੀ ਕਿ ਜੇਬ ਦੇ ਵਿੱਚ ਕਿਰਾਇਆ ਹੈ ਨਹੀਂ। ਠੀਕ ਹੈ। ਉਸ ਤੋਂ ਬਾਅਦ ਆਪਣਾ ਸਕੂਟਰਾਂ ਮੋਟਰਸਾਈਕਲਾਂ ਨੂੰ ਜਾਂ ਕੋਈ ਟਰੈਕਟਰਾਂ ਟਰਾਲੀਆਂ ਨੂੰ ਟਰੱਕਾਂ ਵਾਲਿਆਂ ਨੂੰ ਹੱਥ ਦੇ ਕੇ ਆਪਦੇ ਮੁਕਾਮ ਤੇ ਪਹੁੰਚਣਾ। ਔਰ ਕਈ ਵਾਰ ਇਹ ਵੀ ਹੁੰਦਾ ਸੀ ਕਿ ਕੋਈ ਨਹੀਂ ਵੀ ਲਿਫਟ ਮਿਲਦੀ ਸੀ ਤਾਂ ਪੈਦਲ ਜਾਣਾ। ਠੀਕ ਹੈ। ਔਰ ਪੈਦਲ ਜਾਂਦੇ ਨੂੰ ਕਈ ਰਾਤ ਦੇ 12 12 1 1 2 2 ਵੱਜ ਜਾਂਦੇ ਸੀ। ਫਿਰ ਜਿੱਥੇ ਮਹਿਸੂਸ ਹੋਣਾ ਵੀ ਹੁਣ ਇਸ ਤੋਂ ਅੱਗੇ ਨਹੀਂ ਚੱਲ ਸਕਦੇ ਤਾਂ ਫਿਰ ਆਪਣਾ ਜਿਹੜਾ ਕੋਈ ਨਾਲ ਪੜ੍ਹਦਾ ਕੋਈ ਕਲਾਸ ਫੈਲੋ ਹੁੰਦਾ ਸੀ, ਕੋਈ ਕਾਲਜ ਟਾਈਮ ਦਾ ਉਹਨਾਂ ਟਾਈਮਾਂ 'ਚ ਉਹ ਮੇਰੇ ਕਾਲਜ ਪੀਰੀਅਡ ਸੀਗਾ, ਉਹਦਾ ਰਾਤ ਨੂੰ ਬੂਹਾ ਖੜਕਾਉਣਾ 2 ਵਜੇ 3 ਵਜੇ। ਤੇ ਮੇਰੇ ਬਹੁਤ ਸਾਰੇ ਮੁਸਾਫਰਖਾਨੇ ਵੀ ਯਾਦ ਆ ਜਿੱਥੇ ਮੈਂ ਰਾਤਾਂ ਵੀ ਕੱਟੀਆਂ ਨੇ। ਰਾਤ ਮੁਸਾਫਰਖਾਨੇ ਦੇ ਵਿੱਚ ਕੱਟਣੀ ਤੇ ਸਵੇਰ ਨੂੰ ਦਿਨ ਚੜ੍ਹਦਾ ਉੱਥੇ ਨੇੜੇ ਕੋਈ ਨਲਕਾ ਲੱਗਿਆ ਹੋਣਾ, ਮੂੰਹ ਹੱਥ ਧੋਣਾ ਧੋ ਕੇ ਫਿਰ ਚੱਲ ਪੈਣਾ। ਤੇ ਤੁਹਾਡੇ ਪਿਤਾ ਜੀ ਮੈਨੂੰ ਪਤਾ ਲੱਗਿਆ ਵੀ ਫੌਜ 'ਚ ਸੀਗੇ। ਹਾਂਜੀ। ਤੇ ਜਦੋਂ ਬਾਪ ਫੌਜੀ ਹੁੰਦਾ ਤਾਂ ਜਿਹੜੇ ਘਰ ਦੇ ਅਸੂਲ ਨੇ ਬੜੇ ਰੂਲ ਸਖਤ ਹੁੰਦੇ ਨੇ। ਬਿਲਕੁਲ। ਤੇ ਉਹਨਾਂ ਮਤਲਬ ਬਾਪ ਦਾ ਸੁਪਨਾ ਹੁੰਦਾ ਵੀ ਮੈਂ ਆਪਣੇ ਬੱਚੇ ਨੂੰ ਜਾਂ ਤਾਂ ਫੌਜ 'ਚ ਪਾਵਾਂ ਜਾਂ ਬਹੁਤ ਸਾਰੇ ਕਹਿੰਦੇ ਵੀ ਪੁਲਿਸ ਦੇ ਵਿੱਚ ਪਾ ਦਈਏ। ਤੁਹਾਡੇ ਨਾਲ ਵੀ ਕੁਝ ਇਸ ਤਰ੍ਹਾਂ ਚੱਲੇ ਉਦੋਂ? ਦੇਖੋ ਮੇਰੇ ਫਾਦਰ ਸਾਹਿਬ ਆਰਮੀ ਦੇ ਵਿੱਚ ਇੱਕ ਵੱਡੇ ਰੈਂਕ ਤੇ ਤਾਇਨਾਤ ਸੀਗੇ ਜੀ। ਉਹਨਾਂ ਦੀ ਵੀ ਇੱਛਾ ਸੀ ਕਿ ਮੈਂ ਆਰਮੀ ਦੇ ਵਿੱਚ ਹੋਵਾਂ ਜੀ। ਮੈਨੂੰ ਉਹ 2-3 ਥਾਵਾਂ ਤੇ ਭਰਤੀ ਕਰਾਉਣ ਲੈ ਗਏ। ਠੀਕ ਹੈ। ਪਰ ਮੇਰੀ ਅੰਦਰਲੀ ਵੀ ਇੱਛਾ ਹੈ ਨਹੀਂ ਸੀ, ਜਿਸ ਕਰਕੇ ਮੈਂ ਕਈ ਵਾਰ ਬਿਲਕੁਲ ਨੇੜੇ ਜਾ ਕੇ ਡਿੱਗ ਪੈਣਾ ਜਾਂ ਮਤਲਬ ਨਹੀਂ ਸੀ ਮੇਰੀ ਇੱਛਾ। ਤੇ ਉਹ ਇਸ ਗੱਲ ਤੇ ਮੇਰੇ ਤੇ ਬੜੇ ਮਤਲਬ ਨਾਰਾਜ਼ ਰਹਿੰਦੇ ਸੀ ਕਿ ਤੂੰ ਮੈਂ ਫੌਜ 'ਚ ਭਰਤੀ ਨਹੀਂ ਹੁੰਦਾ। ਤੇ ਜਦ ਕਿ ਮੈਂ ਜਾਣਾ ਨਹੀਂ ਚਾਹੁੰਦਾ ਸੀ। ਇੱਕ ਮੇਰੀ ਹੋਰ ਬੜੀ ਦਿਲਚਸਪ ਗੱਲ ਯਾਦ ਆਈ ਆ, ਜਦੋਂ ਮੈਂ +1 ਦੇ ਵਿੱਚ ਜਲੰਧਰ ਪੜ੍ਹਦਾ ਸੀ ਤਾਂ ਉਸ ਟਾਈਮ ਇੱਕ ਫਿਰੋਜ਼ਪੁਰ ਭਰਤੀ ਖੁੱਲੀ ਸੀ ਤੇ ਉਹਦੇ ਲਈ ਮੈਨੂੰ 2 ਛੁੱਟੀਆਂ ਲੈਣੀਆਂ ਸੀਗੀਆਂ। ਤੇ ਮੈਂ ਆਪਣੇ ਜਿਹੜਾ ਟੀਚਰ ਸੀਗਾ ਉਹ ਇੰਚਾਰਜ, ਮੈਂ ਉਹਨਾਂ ਨੂੰ ਜਦੋਂ ਐਪਲੀਕੇਸ਼ਨ ਦਿੱਤੀ ਵੀ ਮੈਨੂੰ ਛੁੱਟੀਆਂ ਚਾਹੀਦੀਆਂ, ਉਹਨਾਂ ਨੇ ਪੁੱਛਿਆ ਕਾਹਦੇ ਵਾਸਤੇ, ਮੈਂ ਦੱਸਿਆ ਜੀ ਆਰਮੀ ਦੀ ਭਰਤੀ, ਮੈਂ ਆਰਮੀ ਦੀ ਭਰਤੀ ਦੇਖਣ ਜਾਣਾ। ਤੇ ਮੇਰੇ ਚੰਗੀ ਤਰ੍ਹਾਂ ਯਾਦ ਆ ਟੀਚਰਸ ਨੇ, ਉਹਨਾਂ ਦਾ ਨਾਮ ਅਸ਼ੋਕ ਜਵੇਸ ਸੀ ਜੀ। ਜਲੰਧਰ ਕੈਂਟ ਦੇ ਵਿੱਚ ਉਹਨਾਂ ਦਾ ਘਰ ਆ ਜੀ। ਉਹਨਾਂ ਨੇ ਮੇਰੀ ਐਪਲੀਕੇਸ਼ਨ ਫੜ ਲਈ। ਫੜ ਕੇ ਛੁੱਟੀ ਤੋਂ ਬਾਅਦ ਮੇਰੇ ਘਰ ਆਏ। ਮੇਰੇ ਘਰ ਮੇਰੇ ਮਦਰ ਸੀ, ਫਾਦਰ ਸਾਹਿਬ ਡਿਊਟੀ ਤੇ ਸੀ। ਤੇ ਮੇਰੀ ਮਦਰ ਨੂੰ ਉਹਨਾਂ ਨੇ ਕਿਹਾ ਕਿ ਮੁੰਡਾ ਤੁਹਾਡਾ ਬਹੁਤ ਹੋਣਹਾਰ ਆ, ਕੁਝ ਕਰਨ ਵਾਲਾ, ਕੁਝ ਬਣਨ ਵਾਲਾ, ਇਹਨੂੰ ਫੌਜ 'ਚ ਭਰਤੀ ਨਾ ਕਰਾਓ। ਉਹਦੇ ਨਾਲ ਮੇਰੇ ਅੰਦਰ ਹੋਰ ਵੀ ਟੈਲੈਂਟ ਪੈਦਾ ਹੋ ਗਿਆ ਵੀ ਮੈਂ ਵਾਕਈ ਨਹੀਂ ਹੋਣਾ। ਤੇ ਇਸ ਕਰਕੇ ਥੋੜਾ ਜਿਹਾ ਮੇਰੇ ਨਾਲ ਨਾਰਾਜ਼ਗੀ ਕਰਕੇ ਤੇ ਫਿਰ ਮੈਂ ਖਰਚੇ ਨੂੰ ਨਹੀਂ ਸੀ ਕਹਿੰਦਾ, ਘਰਦਿਆਂ ਨੂੰ ਕਹਿੰਦਾ। ਹਾਂ, ਕਹਿੰਦਾ ਨਹੀਂ ਸੀ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਮੁੰਡਾ ਵਿਗੜ ਗਿਆ ਤੇ ਆਪ ਮਾਰੇ ਤੁਰਿਆ ਫਿਰਦਾ ਰਹਿੰਦਾ। ਅੱਛਾ, ਉਦੋਂ ਫਿਰ ਕਿੰਨੇ ਕੁ ਦਿਨ ਬਾਪੂ ਨਾਲ ਨਾਰਾਜ਼ਗੀ ਰਹੀ? ਨਹੀਂ, ਦਿਨਾਂ ਦੀ ਨਹੀਂ ਗੱਲ, ਨਾਰਾਜ਼ਗੀ ਇਹ ਨਹੀਂ ਸੀ ਕੋਈ ਲੜਾਈ ਝਗੜੇ ਵਾਲੀ ਗੱਲ। ਨਾਰਾਜ਼ਗੀ ਮੀਨਜ਼ ਜੋ ਇਹਨਾਂ ਦੀ ਇੱਛਾ ਸੀ, ਜੋ ਉਹਨਾਂ ਦਾ ਸੁਪਨਾ ਸੀ, ਉਹਨਾਂ ਨੂੰ ਪੂਰਾ ਨਹੀਂ ਸੀ ਹੁੰਦਾ ਦਿੰਦਾ। ਠੀਕ ਹੈ। ਤੇ ਮੇਰਾ ਜਿਹੜਾ ਟੇਸਟ ਸੀਗਾ ਲਿਖਣਾ ਪੜ੍ਹਨਾ, ਤੇ ਲਿਖਦਿਆਂ ਪੜ੍ਹਦਿਆਂ ਜਦੋਂ ਮਤਲਬ ਘੇਰਾ ਵਿਸ਼ਾਲ ਹੋ ਗਿਆ, ਫਿਰ ਹੋਰ ਦੁਨੀਆਦਾਰੀ ਦੀ ਸਮਝ ਆਉਣ ਲੱਗ ਗਈ, ਫਿਰ ਰਾਜਨੀਤੀ ਬਾਰੇ ਸਮਝ ਆਈ। ਤਾਂ ਮੇਰੇ ਚੰਗੀ ਤਰ੍ਹਾਂ ਯਾਦ ਆ 1997 ਦੀ ਗੱਲ ਆ, ਮੈਂ LRM ਕਾਲਜ ਜਗਰਾਉਂ ਪੜ੍ਹਦਾ ਸੀ। ਤਾਂ ਉਸ ਸਮੇਂ ਮੇਰਾ ਜਿਹੜਾ ਸਬਜੈਕਟ ਸੀ ਉਹ ਪੋਲੀਟੀਕਲ ਸਬਜੈਕਟ ਸੀ। ਠੀਕ ਹੈ। ਤੇ ਪੋਲੀਟੀਕਲ ਪੜ੍ਹਦਿਆਂ ਮੈਂ ਇੱਕ ਮਨ ਦੇ ਵਿੱਚ ਧਾਰੀ ਕਿ ਮੈਂ ਇੱਕ ਰਾਜਨੀਤੀ ਦੇ ਵਿੱਚ ਇਸ ਮੁਕਾਮ ਤੇ ਪਹੁੰਚਣਾ, ਜਿਹੜੇ ਮੁਕਾਮ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪਹੁੰਚਿਆ। ਉਸ ਮੁਕਾਮ ਤੇ ਪਹੁੰਚਣ ਲਈ ਮੈਨੂੰ ਪੂਰੇ 20 ਸਾਲ ਦਾ ਬੜਾ ਕਸ਼ਟਮਈ, ਬੜਾ ਤਿੱਖਾ ਸੰਘਰਸ਼ ਕਰਨਾ ਪਿਆ ਔਰ ਬਹੁਤ ਕਾਲੇ ਦੌਰ ਵਿੱਚ ਦੀ ਲੰਘਣਾ ਪਿਆ। ਠੀਕ ਹੈ। ਤੇ ਫਿਰ ਹੀ ਜਿਹੜੀ ਇਸ ਮੁਕਾਮ ਤੇ ਪਹੁੰਚੇ ਆ। ਅੱਛਾ। ਆਪਣਾ +2 ਸੌਰੀ ਪੜ੍ਹਦਿਆਂ ਜਦੋਂ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋਈ ਤਾਂ ਉਸ ਸਮੇਂ ਵੀ ਮੈਨੂੰ ਯਾਦ ਆ ਮੈਂ ਲੁਧਿਆਣੇ ਚਲਾ ਗਿਆ, ਕਿਉਂਕਿ ਹਰੇਕ ਜਦੋਂ ਮੁੰਡਾ ਯੰਗ ਹੁੰਦਾ ਉਹਦੀ ਇੱਛਾ ਹੁੰਦੀ ਹੈ ਕਿ ਮੈਂ ਕਾਮਯਾਬ ਹੋਣਾ। ਤੇ ਮੈਂ ਵੀ ਲੁਧਿਆਣੇ ਦੇ ਵਿੱਚ ਆਪਣਾ ਟਰੰਕ ਚੱਕ ਕੇ ਲੈ ਗਿਆ ਕਾਮਯਾਬ ਹੋਣ ਵਾਸਤੇ। ਉੱਥੇ ਮੈਂ ਬੜਾ ਸੰਘਰਸ਼ ਕੀਤਾ, ਬੜੀ ਮਿਹਨਤ ਕੀਤੀ ਤੇ ਵੀ ਮੈਨੂੰ ਕਿਤੇ ਕੋਈ ਜੌਬ ਮਿਲੇ, ਕਿਉਂਕਿ ਮੇਰੀ ਪੜ੍ਹਾਈ ਵੀ ਸੀਗੀ। ਠੀਕ ਹੈ। ਤੇ ਪਰ ਮੇਰੀ ਬਦਕਿਸਮਤੀ ਆ ਕਿ ਮੈਨੂੰ ਕੋਈ ਚੰਗੀ ਪ੍ਰਾਇਮਰੀ ਟੀਚਰ ਦੀ ਵੀ ਨੌਕਰੀ ਕਰੀ ਪਿੰਡ? ਹਾਂ, ਉਹ ਵੀ ਮੈਂ ਦੱਸਦਾ ਤੁਹਾਨੂੰ। ਅੱਛਾ। ਹਾਂਜੀ। ਫਿਰ ਕੀ ਹੋਇਆ, ਇੱਕ ਲੁਧਿਆਣੇ ਦੇ ਵਿੱਚ ਸਾਈਕਲਾਂ ਦੇ ਪਾਰਟਸ ਬਣਾਉਂਦੀ ਹੈ ਕੰਪਨੀ। ਠੀਕ ਹੈ। ਜਿਹੜੇ ਪਾਰਟਸ ਬਣਦੇ ਸੀ ਉਹ ਤਕਰੀਬਨ ਜਿਹੜੇ ਉੱਥੋਂ ਦੇ ਪ੍ਰਵਾਸੀ ਮਜ਼ਦੂਰ ਸੀ ਉਹ ਕਰਦੇ ਸੀ। ਮੈਂ ਉੱਥੇ ਫਿਰ ਸਿਕਿਉਰਿਟੀ ਗਾਰਡ ਵਜੋਂ, ਠੀਕ ਹੈ, ਐਜ਼ ਏ ਸਿਕਿਉਰਿਟੀ ਗਾਰਡ ਉੱਥੇ ਲੰਬਾ ਸਮਾਂ ਕੰਮ ਕੀਤਾ। ਠੀਕ ਹੈ। ਮੇਰਾ ਕੰਮ ਹੁੰਦਾ ਸੀ ਉਹਨਾਂ ਨੂੰ ਚੈੱਕ ਕਰਕੇ ਅੰਦਰ ਵਾੜਨਾ, ਚੈੱਕ ਕਰਕੇ ਬਾਹਰ ਕੱਢਣਾ। ਠੀਕ ਹੈ। ਤੇ ਇੱਕ ਉੱਥੇ ਮਿਲਟਰੀ ਮੈਨ ਸੀ, ਪਤਾ ਨਹੀਂ ਉਹ ਹੁਣ ਜਹਾਨ ਤੇ ਹੈ ਜਾਂ ਨਹੀਂ, ਕਿਉਂਕਿ ਐਡਰੈਸ ਵੀ ਹੈ ਨਹੀਂ, ਮੈਂ ਮਿਲ ਵੀ ਨਹੀਂ ਸਕਿਆ ਜੀ। ਉਹਨਾਂ ਨੇ ਦੁਪਹਿਰ ਵੇਲੇ ਮੈਨੂੰ ਇੱਕ ਰੋਟੀ ਦੇਣੀ, ਸਿਰਫ ਇੱਕ। ਜ਼ਿਆਦਾਤਰ ਉਹ
ਹੁੰਦੇ ਸੀ ਉਹ ਚਣਿਆਂ ਦੇ ਨਾਲ। ਠੀਕ ਹੈ ਉਹਨਾਂ ਨੇ ਮੈਨੂੰ ਕਹਿਣਾ ਮੈਂ ਤੈਨੂੰ ਰੋਟੀ ਤਾਂ ਦਿੰਨਾ ਵੀ ਤੂੰ ਇੱਥੋਂ ਭੱਜੇ, ਠੀਕ ਹੈ। ਤੂੰ ਇੱਥੋਂ ਭੱਜ ਜਾ, ਤੂੰ ਕੁਛ ਕਰਨ ਵਾਲਾ ਹੈਗਾ, ਤੂੰ ਕੋ ਬਣਨ ਵਾਲਾ। ਅੱਛਾ। ਤੇ ਇਸ ਕਰਕੇ ਵੀ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਤੁਹਾਡੀ ਸਾਹਿਤਕ ਚੇਟਕ ਦਾ? ਹਾਂ ਉਹਨੂੰ ਪਤਾ ਸੀ। ਅੱਛਾ। ਹਾਂਜੀ ਹਾਂਜੀ। ਤੇ ਇਸ ਕਰਕੇ ਫਿਰ ਉਹਨੇ ਮੈਨੂੰ ਉਤਸ਼ਾਹਿਤ ਕਰੀ ਜਾਣਾ, ਮੇਰੇ ਵੀ ਮਨ 'ਚ ਆਉਣਾ। ਪਰ ਥੋੜਾ ਟਾਈਮ ਬਾਅਦ ਜਿਹੜੀ ਕੰਪਨੀ ਦੇ ਵਿੱਚ ਮੈਂ ਐਜ ਏ ਸਿਕਿਉਰਿਟੀ ਗਾਰਡ ਲੱਗਿਆ ਸੀ, ਉਹਨਾਂ ਨੂੰ ਵੀ ਮੇਰੇ ਟੈਲੈਂਟ ਦਾ ਪਤਾ ਲੱਗਿਆ ਤੇ ਉਹਨਾਂ ਨੇ ਇਹ ਵੀ ਮਹਿਸੂਸ ਹੈ ਵੀ ਇਹ ਬੰਦਾ ਜਾ ਸਕਦਾ। ਉਹਨਾਂ ਨੇ ਮੈਨੂੰ ਫਿਰ ਉੱਥੇ ਸੁਪਰਵਾਈਜ਼ਰ ਬਣਾਤਾ। ਅੱਛਾ। ਸੁਪਰਵਾਈਜ਼ਰ ਬਣਾਤਾ ਤੇ ਉਹ ਜਿਹੜਾ ਮੇਰਾ ਦੌਰ ਆ ਵੀ ਬੜਾ ਮਾੜਾ ਸੀ। ਉਹਨਾਂ ਨੇ ਸੁਪਰਵਾਈਜ਼ਰ ਹੋਣ ਕਰਕੇ ਕੋਈ ਸਾਰੇ ਗੇੜਾ ਕੱਢਣਾ ਹੁੰਦਾ ਸੀ ਲੁਧਿਆਣੇ ਦੇ ਵਿੱਚ, ਤੇ ਉਹਨਾਂ ਨੇ ਮੈਨੂੰ ਇੱਕ ਸਕੂਟਰ ਦੇਤਾ। ਸਕੂਟਰ ਤਾਂ ਦੇਤਾ ਪਰ ਖੜਾਉਣ ਨੂੰ ਥਾਂ ਨਹੀਂ ਸੀ ਹੁੰਦਾ। ਅੱਛਾ। ਕਿਉਂਕਿ ਮੈਂ ਖੁਦ ਮੇਰੇ ਸਾਥੀ ਆ ਕੁਲਦੀਪ ਲੋੜ ਜੀ ਅਖਾੜਾ ਪਿੰਡ ਤੋਂ, ਉਹਨਾਂ ਟਾਈਮਾਂ ਦੇ ਵਿੱਚ ਉਹ ਮੇਰੇ ਨਾਲ ਹੁੰਦੇ ਸੀ। ਉਹਨਾਂ ਨੇ ਉਹ ਸਾਰਾ ਦੇਖਿਆ। ਇੱਕ ਸਿੰਗਰ ਸੀ ਬੜਾ ਉਹਨਾਂ ਟਾਈਮਾਂ ਦੇ ਵਿੱਚ ਫੇਮਸ, ਅੱਛਾ। ਉਹਦਾ ਲੁਧਿਆਣੇ ਦੇ ਵਿੱਚ ਦਫ਼ਤਰ ਸੀ, ਨਾਂ ਲੈ ਦਿਓ ਵਧੀਆ ਲੱਗੂ। ਰਣਜੀਤ ਮਣੀ। ਅੱਛਾ। ਉਹਨਾਂ ਟਾਈਮਾਂ 'ਚ ਬੜਾ ਰਣਜੀਤ ਮਣੀ ਦਾ ਨਾਂ ਹੁੰਦਾ ਸੀ। ਹਾਂਜੀ। ਉਹਨਾਂ ਦੇ ਬਾਹਰ ਪੌੜੀਆਂ ਸੀਗੀਆਂ ਠੀਕ ਹੈ। ਦਫ਼ਤਰ ਦੇ ਵਿੱਚ। ਮੇਰੀ ਖੁਸ਼ਕਿਸਮਤੀ ਨੂੰ ਉਹਨਾਂ ਦੀ ਪੌੜੀਆਂ ਬਾਹਰ ਸੀਗੀਆਂ। ਠੀਕ ਹੈ। ਤੇ ਇਹ ਬੱਸ ਅੱਡੇ ਦੇ ਕੋਲੇ ਆ ਜੀ? ਬੱਸ ਅੱਡੇ ਦੇ ਕੋਲੇ। ਹਾਂਜੀ। ਤੇ ਮੈਂ ਕੀ ਕਰਨਾ, ਉਹਨਾਂ ਦੇ ਰਾਤ ਨੂੰ ਪੌੜੀਆਂ ਚੜ੍ਹਨੀਆਂ, ਛੱਤ ਦੇ ਉੱਪਰ ਦਰੀ ਵਿਛਾਉਣੀ। ਇੱਕ ਪਤਲੀ ਜਿਹੀ ਦਰੀ ਹੁੰਦੀ ਸੀ ਮੇਰੇ ਕੋਲ, ਤੇ ਬਸ ਦਰੀ ਤੇ ਸਰਾਣਿਓਂ ਪੱਗ ਲਾ ਕੇ ਰੱਖ ਲੈਣੀ, ਦਰੀ ਤੇ ਪੈ ਜਾਣਾ। ਰਾਤ ਨੂੰ ਜਦੋਂ ਕਿਤੇ 12 ਵਜੇ 1 ਵਜੇ ਕਿਤੇ ਉਹਨਾਂ ਨੇ ਪ੍ਰੋਗਰਾਮ ਉਤਾਉਣਾ, ਜਦੋਂ ਪੌੜੀਆਂ 'ਚ ਖੜਕਾ ਹੋਣਾ ਲੱਗਣਾ ਵੀ ਲੈ ਵੀ ਕੋਈ ਆ ਗਿਆ, ਕਿਉਂਕਿ ਇਹ ਸੀ ਵੀ ਜੇ ਪਤਾ ਲੱਗ ਗਿਆ ਤਾਂ ਮੈਨੂੰ ਭਜਾ ਦੇਣਗੇ। ਅੱਛਾ। ਫਿਰ ਮੈਂ ਕੀ ਕਰਨਾ, ਤੇ ਨਾਲ ਹੀ ਇੱਕ ਏਡਾ ਸਾਰਾ ਜੰਗਲਾ ਹੁੰਦਾ ਸੀ, ਤੇ ਪੱਗ ਸਿਰ ਤੇ, ਦਰੀ ਕੱਛ 'ਚ, ਤੇ ਨਾਲ ਹੀ ਉਹ ਦੂਜਾ ਜੰਗਲਾ ਟੱਪ ਕੇ ਲੁਕ ਜਾਣਾ। ਫਿਰ ਜਦੋਂ ਉਹਨਾਂ ਨੇ ਕਿਤੇ ਜਾਣਾ ਤੇ ਫਿਰ ਮੈਂ ਅੱਛਾ ਉੱਥੇ ਜਾ ਕੇ ਫਿਰ ਰਾਤ ਨੂੰ 1 ਵਜੇ 2 ਵਜੇ ਪੈਣਾ। ਫਿਰ ਘੰਟੇ ਬਾਅਦ ਉੱਠ ਕੇ ਦੇਖਣਾ ਵੀ ਸਕੂਟਰ ਖੜਾ, ਕਿਉਂਕਿ ਸਕੂਟਰ ਨੂੰ ਸੰਗਲੀ ਲਾ ਕੇ ਉਹਦੇ ਨਾਲ ਮੈਂ ਖੰਭੇ ਨਾਲ ਬੰਨ੍ਹ ਦਿੰਦਾ ਸੀ ਵੀ ਕੋਈ ਰਾਤ ਨੂੰ ਲੈ ਨਾ ਜਾਵੇ। ਉਹ ਚੈੱਕ ਕਰਨਾ। ਫਿਰ ਜਦੋਂ ਅੱਖ ਖੁੱਲਣੀ ਉਹਨੂੰ ਚੈੱਕ ਕਰਨ ਜਾਣਾ। ਫਿਰ ਉਸ ਤੋਂ ਬਾਅਦ ਕਈ ਵਾਰ ਰਾਤ ਨੂੰ, ਕਿਉਂਕਿ ਜਿੱਥੇ ਫੈਕਟਰੀ ਸੀ ਉਹ ਢੋਲੇ ਵਾਲਾ ਚੌਂਕ ਸੀ, ਉੱਥੋਂ ਮੈਂ ਬੱਸ ਅੱਡੇ ਤੱਕ ਤੁਰ ਕੇ ਆਉਣਾ ਹੁੰਦਾ ਸੀ, ਕਿਰਾਇਆ ਨਹੀਂ ਸੀ ਹੁੰਦਾ। ਤੇ ਜਦੋਂ ਤੁਰ ਕੇ ਆਉਣਾ, ਥੱਕ ਜਾਣਾ, ਆਉਂਦਿਆਂ ਨੂੰ ਉਹ ਜਿਹੜੇ ਦਫ਼ਤਰ ਦੇ ਮਾਲਕ ਜਾਂ ਉਹ ਬੈਠੇ ਹੋਣੇ ਜਾਂ ਉਹਨਾਂ ਦੀ ਗੱਡੀ ਮੂਹਰੇ ਖੜੀ ਆ, ਤੇ ਫਿਰ ਉੱਥੇ ਇੱਕ ਢਾਬੇ ਵਾਲੇ ਦਾ ਮੈਂ ਨਾਮ ਭੁੱਲ ਗਿਆ, ਪਤਾ ਨਹੀਂ ਸ਼ਾਮ ਲਾਲ ਬੜਾ ਮਸ਼ਹੂਰ ਸੀ। ਠੀਕ ਹੈ ਜੀ। ਉੱਥੇ ਉਹਦੇ ਪੌੜੀਆਂ 'ਚ ਬੈਠੇ ਰਹਿਣਾ। ਉਹ ਰਾਤ ਨੂੰ 1 ਵਜੇ ਜਾਂਦੇ ਆ, 2 ਵਜੇ ਜਾਂਦੇ ਆ, 2:30 ਵਜੇ ਜਾਂਦੇ ਆ, ਉਨੀ ਦੇਰ ਬੈਠੇ ਰਹਿਣਾ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਜਾਣਾ ਫਿਰ ਮੈਂ ਪੌੜੀਆਂ ਚੜ੍ਹ ਜਾਣਾ, ਫਿਰ ਚੜ੍ਹ ਕੇ ਉੱਥੇ ਪੈਣਾ। ਔਰ ਮੇਰੇ ਇਹ ਵੀ ਚੰਗੀ ਤਰ੍ਹਾਂ ਯਾਦ ਆ, ਮੇਰਾ ਜਿਹੜਾ ਟਰੰਕ ਸੀ ਉਹ ਉਹਨਾਂ ਦੇ ਉੱਤੇ ਕਬਾੜ ਪਿਆ ਹੁੰਦਾ ਸੀ, ਬਹੁਤ ਸਾਰਾ ਕਬਾੜ। ਅੱਛਾ। ਮੇਰਾ ਕਬਾੜ ਦੇ ਵਿੱਚ ਰੱਖਿਆ ਹੁੰਦਾ ਸੀ। ਠੀਕ ਹੈ। ਔਰ ਕਈ ਵਾਰ ਮੀਂਹ ਪੈ ਜਾਣਾ ਰਾਤ ਨੂੰ, ਤਾਂ ਉਹ ਮੇਰੇ ਸਰਟੀਫਿਕੇਟ ਹੁੰਦੇ ਸੀ, ਲੈਮੀਨੇਸ਼ਨ ਸੀ ਵੈਸੇ ਤਾਂ, ਉਹ ਸਾਰਾ ਭਿੱਜ ਜਾਣਾ। ਫਿਰ ਅਗਲੇ ਦਿਨ ਉਹਨੂੰ ਉੱਥੇ ਸਾਈਡ ਤੇ ਕਰਕੇ ਧੁੱਪ ਲਵਾਉਣੀ। ਮੇਰੇ ਕਹਿਣ ਤੋਂ ਭਾਵ ਬੜਾ ਸੰਘਰਸ਼ ਕੀਤਾ, ਬੜੀ ਸਟਰਗਲ ਕੀਤੀ ਆ। ਔਰ ਮੇਰੇ ਇਹ ਵੀ ਯਾਦ ਆ, ਸਿਆਲਾ ਸਰਦੀਆਂ ਜਿਹੇ ਦੇ ਦਿਨ ਸੀਗੇ, ਤੇ ਇੱਕ ਵਾਰ ਮੀਂਹ ਪੈ ਰਿਹਾ ਸੀ ਮੋਹਲੇ ਧਾਰ। ਠੀਕ ਹੈ। ਔਰ ਉਹ ਸਾਰਾ ਓਪਨ ਹੀ ਸੀ ਸਿਸਟਮ, ਤੇ ਪੌੜੀਆਂ ਰਾਹੀਂ ਪਾਣੀ ਆਉਂਦਾ ਸੀ। ਠੀਕ ਹੈ। ਤੇ ਮੈਂ ਕੁੰਗੜ ਕੇ ਥੱਲੇ ਬੈਠਾ ਸੀ, ਪਾਣੀ ਮੇਰੇ ਥੱਲੇ ਦੀ ਐਨ ਜਿਵੇਂ ਨਹਿਰ ਚੱਲਦੀ ਹੁੰਦੀ ਆ, ਇਉਂ ਪਾਣੀ ਚੱਲਦਾ ਸੀ। ਠੀਕ ਹੈ। ਠੰਡ ਵੀ ਪੂਰੀ ਸੀ। ਠੀਕ ਹੈ। ਤੇ ਉਹ ਰਾਤ ਮੇਰੇ ਕਦੇ ਵੀ ਬਣੀ ਸਾਹਿਬ ਨੂੰ ਕਦੇ ਨਹੀਂ ਪਤਾ ਲੱਗਿਆ ਹੈਗਾ? ਨਹੀਂ, ਉਹਨਾਂ ਟਾਈਮਾਂ 'ਤੇ ਨਹੀਂ ਪਤਾ ਲੱਗਿਆ। ਔਰ ਬਾਅਦ ਦੇ ਵਿੱਚ ਸਾਡੀ ਇੰਨੀ ਮਿੱਤਰਤਾ ਬਣੀ, ਇੰਨੀ ਲਿਹਾਜ਼ ਹੋਈ, ਸਾਡਾ ਖਾਣ ਪੀਣ, ਬੈਠਣ ਉੱਠਣ ਇਕੱਠਾ ਹੋ ਗਿਆ। ਉਹ ਮੇਰੇ ਘਰ ਆਉਣ ਲੱਗ ਗਏ, ਮੈਂ ਉਹਨਾਂ ਦੇ ਘਰ ਜਾਣ ਲੱਗ ਗਿਆ, ਤੇ ਇਕੱਠੇ ਸਫ਼ਰ ਕਰਨ ਲੱਗ ਗਏ, ਇਕੱਠੇ, ਮਤਲਬ ਬਾਅਦ ਦੇ ਵਿੱਚ ਸਾਡੇ ਬਹੁਤ ਮਿੱਤਰਤਾ ਬਣੀ। ਲੇਖਣੀ ਫਿਰ ਉਦੋਂ ਚੱਲਦੀ ਰਹੀ? ਲੇਖਣੀ ਮੇਰੀ ਚੱਲਦੀ ਰਹੀ। ਔਰ ਉਹਨਾਂ ਟਾਈਮਾਂ ਦੇ ਵਿੱਚ ਹੀ ਇੱਕ ਫਿਰ ASI ਦੀਆਂ ਪੋਸਟਾਂ ਨਿਕਲੀਆਂ, ਮੈਂ ਅਪਲਾਈ ਕੀਤੀਆਂ, ਮੇਰਾ ਨੰਬਰ ਆ ਗਿਆ। ਫਿਰ ਸਵੇਰੇ ਸਾਰਾ ਦਿਨ ਡਿਊਟੀ ਕਰਨੀ ਫੈਕਟਰੀ ਦੇ ਵਿੱਚ, ਔਰ ਰਾਤ ਨੂੰ ਜਿਵੇਂ ਤੁਹਾਨੂੰ ਦੱਸਿਆ ਉਸ ਤਰੀਕੇ ਨਾਲ ਪੈਣਾ। ਫਿਰ ਸਵੇਰੇ 4 ਵਜੇ 3 ਵਜੇ ਉੱਠ ਕੇ ਜਿਹੜਾ ਜਗਰਾਉਂ ਪੁਲ ਕਹਿੰਦੇ ਆ ਜੀ, ਜਿਹੜਾ ਬੱਸ ਅੱਡੇ ਕੋਲੇ ਆ, ਪੂਰੀ ਸਪੀਡ ਨਾਲ ਰਾਤ ਨੂੰ ਚੜ੍ਹਨਾ 3 ਵਜੇ 4 ਵਜੇ, ਤੇ ਪੂਰੀ ਸਪੀਡ ਨਾਲ ਉਤਰਨਾ, ਕਿਉਂਕਿ ASI ਦੀ ਤਿਆਰੀ ਕਰਦਾ ਸੀ। ਉਸ ਤੋਂ ਬਾਅਦ ਭਾਗੋ ਮਾਜਰੇ ਫਿਰ ਸਾਡੇ ਟੈਸਟ ਸੀ, ਉਹ ਮੈਂ ਟੈਸਟ ਸਾਰੇ ਕਲੀਅਰ ਕਰ ਗਿਆ ਸੀ ਉੱਥੇ, ਮਤਲਬ ਮਿਹਨਤ ਕੀਤੀ ਕਰਕੇ। ਬਸ ਇਸ ਤਰ੍ਹਾਂ ਹੌਲੀ ਹੌਲੀ ਫਿਰ ਉਹ ਦੱਸੋ ਵੀ ਉਹ ਨੌਕਰੀ ਕਿਉਂ ਨਹੀਂ ਮਿਲੀ? ਨੌਕਰੀ ਉਹ ਹੋ ਗਿਆ ਸੀਗਾ ਜੀ। ਉਦੋਂ ਬਾਅਦ ਆ ਗਿਆ ਸੀ, ਸਰਕਾਰ ਚੇਂਜ ਹੋ ਗਈ ਸੀ, ਤੇ ਹੋਰ ਬੜਾ ਕੁਝ ਹੋ ਗਿਆ ਸੀਗਾ। ਰਵੀ ਸਿੱਧੂ ਵਾਲਾ ਵੀ ਵਿੱਚ ਹੀ ਆ ਗਿਆ ਸੀ ਚੱਕਰ, ਇਸ ਕਰਕੇ ਉਹ ਸਾਰਾ ਫਿਰ ਸਾਡੇ ਵਿੱਚ ਹੀ ਰਹਿ ਗਿਆ ਸੀ। ਅੱਛਾ, ਮੈਨੂੰ ਥੋੜਾ ਜਿਹਾ ਪਤਾ ਲੱਗਿਆ ਵੀ ਉਦੋਂ ਕੋਈ ਰਿਸ਼ਵਤ ਦਾ ਵੀ ਚੱਕਰ ਪੈ ਗਿਆ ਸੀ, ਮਤਲਬ ਉਹਨਾਂ, ਦੇਖੋ ਜੀ, ਉਹਨਾਂ ਟਾਈਮਾਂ ਦੇ ਵਿੱਚ ਇਹੋ ਜਿਹੇ ਰੈਂਕਾਂ ਤੇ ਰਿਸ਼ਵਤਾਂ ਆਮ ਗੱਲ ਸੀ, ਪਰ ਮੇਰੀ ਹੈਸੀਅਤ ਨਹੀਂ ਸੀ ਵੀ ਅਸੀਂ ਲੱਖਾਂ ਰੁਪਏ ਦੇ ਸਕੀਏ। ਇਸ ਤਰ੍ਹਾਂ ਦਾ ਕਾਫੀ ਕੁਛ ਹੋਇਆ ਸੀ। ਅੱਛਾ, ਉਦੋਂ ਫਿਰ ਮਨ 'ਚ ਕਿੰਨਾ ਕੁ ਦੁੱਖ ਮਹਿਸੂਸ ਹੋਇਆ? ਉਸ ਸਮੇਂ ਸਭ ਤੋਂ ਵੱਡਾ ਦੁੱਖ ਮਹਿਸੂਸ ਹੋਇਆ।
ਉਹ ਮੈਨੂੰ ਲੋਕ ਵਧਾਈਆਂ ਦੇਣ ਲੱਗੇ ਕਿਉਂਕਿ ਉਹਨਾਂ ਮੁੰਡਿਆਂ ਨੂੰ ਇਹ ਸੀ ਮਤਲਬ ਪਿੰਡਾਂ ਦੇ ਵਿੱਚ ਵੀ ਮੁੰਡਾ ਐਸਆਈ ਭਰਤੀ ਹੋ ਗਿਆ, ਐਸਆਈ ਭਰਤੀ ਹੋ ਗਿਆ, ਵਧਾਈਆਂ ਦੇਣ ਲੱਗੇ। ਪਰ ਜਦੋਂ ਰਹਿ ਗਏ ਤਾਂ ਬੜਾ ਦੁੱਖ ਹੋਇਆ। ਫਿਰ ਉਸ ਸਮੇਂ ਧਈਆ ਕੀਤਾ ਕਿ ਜ਼ਿੰਦਗੀ ਦੇ ਵਿੱਚ ਗਵਰਨਮੈਂਟ ਜੌਬ ਅਪਲਾਈ ਹੀ ਨਹੀਂ ਕਰਨੀ, ਅੱਛਾ ਬਸ ਠੀਕ ਹੈ। ਖਤਮ ਕਹਾਣੀ। ਤੇ ਉਸ ਤੋਂ ਬਾਅਦ ਫਿਰ ਪੱਤਰਕਾਰਤਾ ਦਾ ਮੇਰਾ ਰੁਝਾਨ ਤਾਂ ਪਹਿਲਾਂ ਹੀ ਸੀ ਕਿਉਂਕਿ ਉਸ ਸਮੇਂ ਮੇਰੇ ਆਰਟੀਕਲ ਜਦੋਂ ਮੈਨੂੰ ਰਾਤ ਨੂੰ ਕਿਤੇ ਟਾਈਮ ਮਿਲਦਾ ਸੀ ਪੜ੍ਹਨਾ, ਫਿਰ ਜਦੋਂ ਲਿਖਣ ਦਾ ਟਾਈਮ ਮਿਲਦਾ ਲਿਖਣਾ। ਫਿਰ ਮੇਰੇ ਵੱਡੇ ਵੱਡੇ ਅਖਬਾਰਾਂ ਦੇ ਵਿੱਚ ਉਹ ਆਰਟੀਕਲ ਛਪਦੇ ਹੁੰਦੇ ਸੀ ਔਰ ਜਿਨ੍ਹਾਂ ਕੋਲ ਮੈਂ ਜੌਬ ਕਰਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਅਖਬਾਰ ਦੇ ਵਿੱਚ ਲੀਡਿੰਗ ਅਖਬਾਰ ਦੇ ਵਿੱਚ ਆਰਟੀਕਲ ਛਪਣਾ ਬਹੁਤ ਵੱਡੀ ਗੱਲ ਹੁੰਦੀ ਹੈ, ਮਾਇਨੇ ਰੱਖਦਾ। ਉਹ ਫਿਰ ਮੈਨੂੰ ਹੋਰ ਪਿਆਰ ਕਰਨ ਲੱਗੇ, ਹੋਰ ਮਤਲਬ ਸਹੂਲਤਾਂ ਦੇਣ ਲੱਗੇ। ਅੱਛਾ ਉਦੋਂ ਫਿਰ ਕਿੰਨੀ ਕੁ ਤਨਖਾਹ ਕਿੰਨੀ ਕੁ ਮਿਲਦੀ ਸੀ? 2500। ਅੱਛਾ ਹਾਂ 2500 ਦੇ ਨਾਲ ਬਹੁਤ ਔਖਾ ਗੁਜ਼ਾਰਾ ਫਿਰ। ਬਸ ਇਹ ਹੈ ਜੀ, ਸਵੇਰੇ ਇੱਕ ਮੱਠੀ ਖਾ ਲਈਦੀ ਸੀ ਠੀਕ ਹੈ ਚਾਹ ਦੇ ਨਾਲ। ਦੁਪਹਿਰ ਦੀ ਰੋਟੀ ਸਾਡੇ ਉਹ ਜਿਨ੍ਹਾਂ ਦਾ ਮੈਂ ਜ਼ਿਕਰ ਕਰਕੇ ਹਟਿਆ ਉਹ ਦੇ ਦਿੰਦੇ ਸੀ ਤੇ ਆਥਣੇ ਪਾਸਿਓਂ ਜੇ ਸਾਹ ਸੂਰ ਲੈਂਦੇ ਸੀਗੇ ਜਿਹੜੀ ਬੜੀ ਮੁਸ਼ਕਲ ਦੇ ਨਾਲ। ਅੱਛਾ ਪਰਿਵਾਰ ਨੂੰ ਫਿਰ ਦੱਸਦੇ ਸੀ ਵੀ ਇਹੋ ਜਿਹੇ ਹਾਲਾਤਾਂ 'ਚ ਉੱਥੇ ਰਹਿਣਾ ਪੈਂਦਾ ਜਾਂ ਆਪਣੇ ਤੇ ਨਹੀਂ ਹੁੰਦਾ ਸਾਰਾ? ਇਹ ਨਾ ਮੇਰਾ ਇਹਨੂੰ ਨੁਕਸ ਕਹਿ ਲਓ, ਖੂਬੀ ਕਹਿ ਲਓ, ਮੈਂ ਘਰੇ ਬਹੁਤ ਘੱਟ ਦੱਸਦਾ ਜੀ ਕੁਛ ਵੀ ਜੋ ਮੈਂ ਬਾਹਰ ਮੇਰੇ ਨਾਲ ਬੀਤ ਰਿਹਾ, ਚੰਗਾ ਬੀਤ ਰਿਹਾ, ਮਾੜਾ ਬੀਤ ਰਿਹਾ, ਵਧੀਆ ਸਮੇਂ 'ਚੋਂ ਗੁਜ਼ਰ ਰਹੇ ਆ, ਮਾੜੇ ਸਮੇਂ 'ਚੋਂ ਗੁਜ਼ਰ, ਮੈਂ ਤਾਂ ਸੁਭਾਵਿਕ ਤੌਰ ਤੇ ਦੱਸਿਆ ਨਹੀਂ ਜਾਂਦਾ। ਹੋਰ ਮੈਂ ਆਪਦੇ ਸਰਕਲ 'ਚ ਵੀ ਮੈਂ ਗੱਲ ਨਹੀਂ ਕਰਦਾ। ਅੱਛਾ ਬਹੁਤ ਹੀ ਮੇਰਾ ਸੁਭਾਅ ਹੈ, ਜਾਣਬੁੱਝ ਕੇ ਨਹੀਂ ਸੁਭਾਅ। ਅੱਛਾ ਫਿਰ ਉਹ ਤੋਂ ਗੀਤ ਵੀ ਲਿਖੇ ਕੁਛ ਉਹਨਾਂ ਹਾਲਾਤਾਂ ਦੇ ਮੁਤਾਬਕ? ਉਹਨਾਂ ਹਾਲਾਤਾਂ ਬਿਲਕੁਲ ਮੇਰੇ ਬੜਾ ਲਿਟਰੇਚਰ ਛਪਦਾ ਹੁੰਦਾ ਸੀ। ਅੱਛਾ ਹਾਂਜੀ ਕੁਲਦੀਪ ਲੋੜ ਜੀ ਉਹਨਾਂ ਕੋਲੇ ਮੇਰਾ ਬਹੁਤ ਸਾਰਾ ਲਿਟਰੇਚਰ ਜਿਹੜਾ ਪਿਆ ਔਰ ਉਹਨਾਂ ਦੇ ਜਵਾਨੀ ਵੀ ਜ਼ਿਆਦਾ। ਮੈਂ ਤਾਂ ਹੁਣ ਕਾਫੀ ਕਿਉਂਕਿ 20 ਸਾਲ ਪੁਰਾਣੀਆਂ ਗੱਲਾਂ ਭੁੱਲ ਭੁਲਾ ਗਿਆ, ਪਰ ਉਹਨਾਂ ਦੇ ਜਵਾਨੀ ਵੀ ਜ਼ਿਆਦਾ ਉਹਨਾਂ ਕੋਲੇ ਅੱਜ ਵੀ ਮੌਜੂਦ ਹੈ ਮੇਰੇ ਪੁਰਾਣੀਆਂ ਲਿਖਤਾਂ। ਉਦੋਂ ਫਿਰ ਉਦੋਂ ਕਿਹੜੇ ਸਿੰਗਰ ਦੇ ਨਾਲ ਮਤਲਬ ਜ਼ਿਆਦਾ ਲੱਗਦਾ ਸੀ ਵੀ ਆਹ ਗੀਤ ਹੀ ਮੇਰਾ ਗਾ ਦੇ, ਚੱਲ ਇਧਰਲੇ ਪਾਸੇ? ਨਹੀਂ ਇਹ ਮੇਰਾ ਅਸੀਂ ਲਿਟਰੇਰੀ ਸੀ, ਸਾਹਿਤ ਸਭਾਵਾਂ ਜਿਹੜੀ ਉਹ ਕਹਿ ਸਕਦੇ ਰਵਾਇਤੀ ਗਾਇਕੀ ਉਹਦੇ ਵੱਲ ਸਾਡਾ ਬਹੁਤ ਘੱਟ ਸੀ। ਸਾਡਾ ਸਾਹਿਤਿਕ ਠੀਕ ਹੈ। ਹਾਂ ਤੇ ਉਦੋਂ ਫਿਰ ਤੁਹਾਡਾ ਉਹਨਾਂ ਕਲਾਕਾਰਾਂ ਦੇ ਨਾਲ ਮੇਲ ਜੋਲ ਹੋਣ ਲੱਗ ਪਿਆ? ਦੇਖੋ ਜੀ ਉਹਨਾਂ ਟਾਈਮਾਂ ਦੇ ਵਿੱਚ ਜਿੰਨੇ ਵੀ ਫੇਮਸ ਤਕਰੀਬਨ ਗਾਇਕ ਸੀਗੇ ਜਾਂ ਰਾਈਟਰ ਸੀ ਉਹਨਾਂ ਨਾਲ ਮੇਰਾ ਤਕਰੀਬਨ ਵਾਹ ਵਾਸਤਾ ਸੀਗਾ। ਠੀਕ ਹੈ। ਹਾਂ ਤੇ ਉਦੋਂ ਮੈਰਿਜ ਵਾਲਾ ਹੋ ਗਿਆ ਸੀ, ਵਿਆਹ ਹੋ ਗਿਆ ਸੀ ਜਾਂ ਬਾਅਦ ਚ ਹੋਇਆ ਹੈ? ਮੈਰਿਜ ਮੇਰੇ 2000 ਦੇ ਵਿੱਚ ਹੋਈ ਆ। ਤੇ ਜਿਹੜਾ ਸੰਘਰਸ਼ ਦੀ ਗੱਲ ਕਰਦਾ ਇਹ ਮੈਰਿਜ ਦੇ ਮੁੱਢਲੇ ਦੌਰ ਦੇ ਵਿੱਚ ਹੀ ਆ। ਅੱਛਾ ਮੈਰਿਜ ਤੋਂ ਪਹਿਲਾਂ ਵੀ ਸਟਰਗਲ ਦੇ ਵਿੱਚ ਸੀ, ਮੈਰਿਜ ਤੋਂ ਬਾਅਦ ਵੀ ਲੰਬਾ ਸਮਾਂ ਸਟਰਗਲ ਕੀਤੀ। ਅੱਛਾ ਉਦੋਂ ਫਿਰ ਤੋਂ ਮੈਰਿਜ ਹੋ ਜਾਂਦੀ ਹੈ, ਉਸ ਤੋਂ ਬਾਅਦ ਪਰਿਵਾਰ ਵੱਡਾ ਹੋ ਜਾਂਦਾ, ਖਰਚੇ ਬਹੁਤ ਔਖੇ। ਉਦੋਂ ਵੀ ਤੁਸੀਂ ਲੁਧਿਆਣੇ ਰਹੇ? ਨਹੀਂ ਫਿਰ ਲੁਧਿਆਣੇ ਤੋਂ ਫਿਰ ਮੈਂ ਜਦੋਂ ਤੁਹਾਨੂੰ ਦੱਸਿਆ ASI ਵਾਲੀ ਜਦੋਂ ਪੋਸਟਾਂ ਨਿਕਲੀਆਂ ਉਸ ਤੋਂ ਬਾਅਦ ਫਿਰ ਮੈਂ ਵਾਪਸ ਪਿੰਡ ਆ ਗਿਆ ਸੀ, ਦੇਖ ਕੇ ਵੀ ਨਹੀਂ ਗੱਲ ਬਣਨੀ। ਫਿਰ ਉਸ ਤੋਂ ਬਾਅਦ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਬੜਾ ਲੰਬਾ ਸੰਘਰਸ਼ ਕੀਤਾ। ਜਦੋਂ ਹੁਣ ਤੁਸੀਂ ਫਿਰ ਸਿਆਸਤ ਦੇ ਵਿੱਚ ਕਿਵੇਂ ਨਿੱਤਰਦੇ ਹੋ, ਸਵਾਰ ਕੇ ਜਿਹਨੂੰ ਪੰਜਾਬੀ ਦੇ ਵਿੱਚ ਕਹਿ ਦਈਏ ਵੀ ਹੁਣ ਤਾਂ ਚਿੱਟੇ ਕੁੜਤਾ ਪਜਾਮਾ ਜਦੋਂ ਪੂਰਾ ਧਾਰਨ ਕਰ ਲਿਆ, ਪੀਲੀ ਬੰਨ੍ਹ ਲਈ ਪੱਗ? ਦੇਖੋ ਜੀ ਇਸ ਤੋਂ ਪਹਿਲਾਂ ਹੋਰ ਵੀ ਬੜਾ ਸੰਘਰਸ਼ ਕਰਨਾ ਪਿਆ। ਮੇਰੀ ਪੜ੍ਹਾਈ ਤੋਂ ਬਾਅਦ ਹਠੂਰ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਮੈਂ ਐਜ਼ ਏ ਟੀਚਰ ਲੰਬਾ ਸਮਾਂ ਕੰਮ ਕੀਤਾ ਜੀ। ਮੇਰੀ ਪਰਫਾਰਮੈਂਸ ਨੂੰ ਦੇਖ ਕੇ ਇੱਕ ਨਾਲ ਹੀ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਚੱਕਰ ਪਿੰਡ ਆ, ਚੱਕਰ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਮੈਨੂੰ ਐਜ਼ ਏ ਪ੍ਰਿੰਸੀਪਲ ਲੈ ਗਏ। ਉੱਥੇ ਮੈਂ ਕਾਫੀ ਵਧੀਆ ਤੇ ਚੰਗਾ ਕੰਮ ਕੀਤਾ। ਉਸ ਤੋਂ ਬਾਅਦ ਮੇਰੇ ਜਿਹੜੇ ਉਹਨਾਂ ਟਾਈਮਾਂ ਦੇ ਵਿੱਚ ਸਕੂਲਾਂ ਦਾ ਬੜਾ ਰੁਝਾਨ ਸੀ ਤੇ ਮੈਂ ਮੇਰੇ ਸਾਥੀਆਂ ਨੇ ਮੈਨੂੰ ਉਤਸ਼ਾਹਿਤ ਕੀਤਾ ਤੇ ਫਿਰ ਮੈਂ ਪੱਤੋ ਹੀਰਾ ਸਿੰਘ ਆਪਣਾ ਸਕੂਲ ਖੋਲ੍ਹਿਆ। ਜਿਨ੍ਹਾਂ ਟਾਈਮਾਂ ਦੇ ਵਿੱਚ ਮੇਰਾ ਖਿਆਲ ਵੀ ਕਿਰਾਇਆ ਵੀ ਫੜ ਦੜ ਕੇ ਲਿਜਾਣ ਵਾਲੀ ਗੱਲ ਹੁੰਦੀ ਸੀ। ਉਹਨਾਂ ਟਾਈਮਾਂ ਦੇ ਵਿੱਚ ਨਾਲ ਮੈਂ ਪੱਤਰਕਾਰੀ ਕਰਦਾ ਸੀ, ਨਾਲ ਸਕੂਲ ਚਲਾ ਰਿਹਾ ਸੀ। ਪੱਤਰਕਾਰੀ ਵੀ ਮੇਰੀ ਕਲਾਸ 1 ਸੀ ਔਰ ਖੁਸ਼ੀ ਨਾਲ ਮੈਂ ਕਹਿ ਰਿਹਾ, ਮਾਣ ਨਾਲ ਕਹਿ ਰਿਹਾ, ਸਕੂਲ ਵੀ ਮੇਰਾ ਟੌਪ ਤੇ ਸੀ ਬਹੁਤ ਇਲਾਕੇ ਦੇ ਵਿੱਚ। ਨਹੀਂ ਹੁਣ ਨਹੀਂ ਜੀ, ਇਲਾਕੇ ਦੇ ਵਿੱਚ ਸਕੂਲ ਵੀ ਮੇਰਾ ਬੜਾ ਵਧੀਆ ਚੱਲਦਾ ਸੀ। ਮੇਰੇ ਚੰਗੀ ਤਰ੍ਹਾਂ ਜ਼ਿਆਦਾ ਆਉਣ ਜਾਣ ਵਾਸਤੇ ਸਾਧਨ ਵੀ ਨਹੀਂ ਸੀ। ਮੇਰੇ ਆਪਣਾ ਹਿੰਮਤਪੁਰਾ ਪਿੰਡ ਆ, ਉੱਥੋਂ ਸਰਦਾਰ ਬਲਜਿੰਦਰ ਸਿੰਘ ਢਿੱਲੋਂ ਜੀ ਉਹਨਾਂ ਕੋਲ ਇੱਕ ਪੁਰਾਣਾ ਜਿਹਾ ਸਕੂਟਰ ਖੜਾ ਸੀ। ਠੀਕ ਹੈ। ਉਹ ਮੈਂ ਕੁਛ ਟਾਈਮ ਉਹਨਾਂ ਤੋਂ ਉਧਾਰਾ ਮੰਗਿਆ, ਉਹਦੇ ਤੇ ਅਸੀਂ ਜਾਂਦੇ ਰਹੇ ਹਾਂ। ਫਿਰ ਸਾਡੀ ਰਿਸ਼ਤੇਦਾਰੀ ਚੋਂ ਇੱਕ ਪੁਰਾਣਾ ਜਿਹਾ ਸਕੂਟਰ ਮਿਲ ਗਿਆ, ਕੁਛ ਟਾਈਮ ਉਹਦੇ ਤੇ ਸਕੂਟਰਾਂ ਨਾਲ ਬੜਾ ਮੋਹ ਰਿਹਾ ਤੁਹਾਡਾ? ਹਾਂ ਉਹਦੇ ਤੇ ਫਿਰਿਆ ਕਿਉਂਕਿ ਆਪ ਸਕੂਟਰ ਲੈ ਨਹੀਂ ਸੀ ਸਕਦੇ। ਫਿਰ ਉਸ ਤੋਂ ਬਾਅਦ ਇੱਕ ਮੈਂ ਸੈਕਿੰਡ ਹੈਂਡ ਕਾਵਾਸਾਕੀ ਮੋਟਰਸਾਈਕਲ ਖਰੀਦਿਆ ਥੋੜਾ ਜਿਹਾ ਸਮਰੱਥ ਹੋ ਕੇ ਔਰ ਮੇਰੇ ਅੱਜ ਵੀ ਯਾਦ ਆ ਉਹਦੀ ਨਾ ਸਾਰੀ ਟੈਂਕੀ ਚੋਂਦੀ ਹੁੰਦੀ ਸੀ। ਠੀਕ ਹੈ। ਪੈਟਰੋਲ ਚੋਂਦਾ ਹੁੰਦਾ ਸੀ ਉਹ। ਫਿਰ ਸਵੇਰੇ ਉੱਠਣ ਸਾਰ ਸਾਰੇ ਪਹਿਲਾਂ ਐਮਸੀ ਲਾਉਣੀ ਸਾਰੀ ਟੈਂਕੀ ਨੂੰ। ਫਿਰ ਉਹਦੇ ਤੇ ਅਸੀਂ ਲੰਬਾ ਟਾਈਮ ਮੈਂ ਸੰਘਰਸ਼ ਕੀਤਾ ਕਿਉਂਕਿ ਪੱਤਰਕਾਰੀ ਮੇਰੀ
ਬਿਲਾਸਪੁਰ ਤੋਂ ਵੀ ਰਹੀ, ਨਿਹਾਲ ਸਿੰਘ ਵਾਲਾ ਤੋਂ ਵੀ ਰਹੀ, ਸਮਾਧ ਭਾਈ ਤੋਂ ਰਹੀ। ਫਿਰ ਉਸ ਮੋਟਰਸਾਈਕਲ ਤੇ ਮੈਂ ਲੰਬਾ ਟਾਈਮ ਕੰਮ ਕੀਤਾ। ਅੱਛਾ, ਫਿਰ ਇਹ ਮਤਲਬ ਕਿਸੇ ਨੇ ਹਲੂਣਾ ਜਿਹਾ ਦਿੱਤਾ ਵੀ ਤੁਸੀਂ ਬੇਬਾਕ ਹੋ, ਤੇ ਚਲੋ ਅਖਬਾਰਾਂ ਦੇ ਵਿੱਚ ਵੀ ਤੁਹਾਡੀ ਸਰਕਾਰ ਨਾਲ ਆ ਵੀ ਤੁਸੀਂ ਇੱਧਰ ਆਉਣ ਦਾ ਮੇਰਾ ਮਨ ਕਿਵੇਂ ਬਣਾ ਲਿਆ? ਕਿਹਨੇ ਤੁਹਾਨੂੰ ਕਿਹਾ? ਫਿਰ ਭਗਵੰਤ ਸਿੰਘ ਮਾਨ ਦੇ ਨਾਲ ਤੁਹਾਡਾ ਕਿਵੇਂ ਸੰਪਰਕ ਹੁੰਦਾ? ਦੇਖੋ ਇਹ ਨਾ, ਦੇਖੋ ਜਿਸ ਮੁਕਾਮ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਪਹੁੰਚੇ ਆ, ਇਸ ਮੁਕਾਮ ਤੇ ਪਹੁੰਚਣ ਵਾਸਤੇ ਜਿਸ ਤਰ੍ਹਾਂ ਪਹਿਲਾਂ ਦੱਸਿਆ 1997 ਦੇ ਵਿੱਚ ਮੈਂ ਇੱਕ ਸੁਪਨਾ ਸੋਚਿਆ ਸੀ, ਠੀਕ ਹੈ, ਜਾਂ ਕਹ ਲਓ ਧਾਰਿਆ ਸੀ, ਹੂੰ, ਤੇ ਉਹਦੇ ਲਈ ਫਿਰ ਮੈਂ ਜਿਹੜੀ ਸੰਘਰਸ਼ ਸ਼ੁਰੂ ਕੀਤਾ। ਠੀਕ ਹੈ। ਉਹਦੇ ਲਈ ਮੈਂ ਕਾਫੀ ਯਤਨ ਕੀਤੇ। ਜਦੋਂ ਪੱਤਰਕਾਰ ਲੀਡਰਾਂ ਕੋਲੇ ਜਾਂਦੇ ਆ, ਚਸਕਾ ਜਿਹਾ ਪੈ ਜਾਂਦਾ ਵੀ ਯਾਰ ਟੌਰ ਬਹੁਤ ਆ, ਬਿਲਕੁਲ, ਗਨਮੈਨ ਹੁੰਦੇ ਆ, ਲੋਕ ਆਉਂਦੇ ਆ ਕੰਮ ਕਰਾਉਣ, ਉਹ ਚੀਜ਼ ਨੇ ਤਾਂ ਨਹੀਂ ਜ਼ਿਆਦਾ ਖਿੱਚਿਆ? ਨਹੀਂ, ਉਹ ਚੀਜ਼ ਉਤਸ਼ਾਹਿਤ ਕਰਦੀ ਸੀ। ਮੇਰੀ ਜਿਹੜੀ ਪੱਤਰਕਾਰਤਾ ਸੀ, ਰਾਜਨੀਤਿਕ ਪੱਤਰਕਾਰਤਾ ਸੀ। ਫਿਰ ਹੌਲੀ 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 ਜਿਹੜਾ ਮੇਰਾ ਰਾਜਨੀਤੀ ਵੱਲ ਝੁਕਾਅ ਵੱਧਦਾ ਰਿਹਾ। ਉਸ ਸਮੇਂ ਆਮ ਆਦਮੀ ਪਾਰਟੀ ਨਹੀਂ ਸੀ ਬਣੀ, ਇਲੈਕਸ਼ਨ ਆ ਗਏ ਜ਼ਿਲ੍ਹਾ ਪਰਿਸ਼ਦ ਦੇ। ਸਾਡੇ ਇੱਥੇ ਇੱਕ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਪਰਸਨ ਰਹੇ ਆ, ਉਹ ਟੀਚਰ ਹੁੰਦੇ ਸੀਗੇ। ਉਹਨਾਂ ਦੇ ਮੈਂ ਰਿਜ਼ਾਈਨ ਕਰਾ ਕੇ ਆਪਦੇ ਘਰ ਉਹਨਾਂ ਦੀ ਵੋਟ ਬਣਾ ਕੇ, ਮੈਂ ਰਾਜਨੀਤੀ ਦਾ ਇੰਨਾ ਚੱਸ ਸੀ, ਆਪਦੇ ਘਰ ਵੋਟ ਬਣਾ ਕੇ ਉਹਨਾਂ ਨੂੰ ਅਸੀਂ ਪੂਰਾ ਸੰਘਰਸ਼ ਕਰਕੇ ਸਾਰੇ ਸਾਥੀਆਂ ਨੇ ਜਿਤਾਇਆ। ਉਸ ਤੋਂ ਬਾਅਦ ਉਹ ਜ਼ਿਲ੍ਹਾ ਪਰਿਸ਼ਦ ਦੇ ਚੇਅਰਪਰਸਨ ਬਣੇ। ਜਿਹੜੀ ਰਾਜਨੀਤੀ 'ਚ ਮੈਂ ਇੱਕ ਪੱਤਰਕਾਰ ਹੋਣ ਦੇ ਬਾਵਜੂਦ ਐਡਾ ਵੱਡਾ ਰਿਸਕ ਲਿਆ, ਜਦ ਕਿ ਇੱਕ ਪੱਤਰਕਾਰ ਇਸ ਤਰ੍ਹਾਂ ਦਾ ਰਿਸਕ ਨਹੀਂ ਲੈ ਸਕਦਾ ਤੇ ਨਾ ਹੀ ਇਸ ਤਰ੍ਹਾਂ ਦੇ ਫੈਸਲੇ ਕਰ ਸਕਦਾ। ਉਸ ਤੋਂ ਬਾਅਦ ਮੇਰਾ ਜਿਹੜੀ ਰਾਜਨੀਤੀ ਦੇ ਵਿੱਚ ਮੇਰਾ ਕਾਫੀ ਘੇਰਾ ਵਿਸ਼ਾਲ ਹੋ ਗਿਆ। ਹੌਲੀ ਹੌਲੀ ਕਰਦਿਆਂ ਨਵੰਬਰ 12 ਦੇ ਵਿੱਚ ਆਮ ਆਦਮੀ ਪਾਰਟੀ ਦਾ ਗਠਨ ਹੋ ਗਿਆ। ਆਮ ਆਦਮੀ ਪਾਰਟੀ ਦੇ ਗਠਨ ਤੋਂ ਪਹਿਲਾਂ ਅੰਨਾ ਹਜ਼ਾਰੇ ਜੀ ਦਾ ਅੰਦੋਲਨ ਚੱਲਦਾ ਸੀ। ਅਸੀਂ ਸਾਹਿਤਕ ਮੀਟਿੰਗਾਂ ਬੁਲਾਉਂਦੇ ਹੁੰਦੇ ਸੀ, ਉਹਨਾਂ ਦੀ ਬੜੀ ਚਰਚਾ ਕਰਨੀ, ਮੀਟਿੰਗਾਂ ਦੇ ਵਿੱਚ ਡਿਬੇਟ ਕਰਨੀ, ਬੜਾ ਜੋ ਲੋਕਪਾਲ ਦੀ ਗੱਲ, ਹੋਰ ਬੜਾ ਕੁਝ ਅਸੀਂ ਉਹਦੇ 'ਤੇ ਚਰਚਾ ਕਰਦੇ ਰਹਿਣਾ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਬਣ ਗਈ। ਸਾਡਾ ਜਿਹੜਾ ਦਿਮਾਗੀ ਝੁਕਾਅ ਉਹ ਆਮ ਆਦਮੀ ਪਾਰਟੀ ਵੱਲ ਹੋ ਗਿਆ। ਉਸ ਤੋਂ ਬਾਅਦ 14 ਦੀ ਇਲੈਕਸ਼ਨ ਆ ਗਈ। 14 ਦੀ ਇਲੈਕਸ਼ਨ ਦੇ ਵਿੱਚ ਸਾਡੇ ਪ੍ਰੋਫੈਸਰ ਸਾਧੂ ਸਿੰਘ ਜੀ ਚੋਣ ਲੜਦੇ ਸੀ। ਫਿਰ ਉਹਨਾਂ ਦੇ ਮੈਂ ਇੱਕ ਪੱਤਰਕਾਰ ਹੋਣ ਦੇ ਨਾਤੇ ਬਹੁਤ ਹੀ ਸਿੱਧੀ ਮਦਦ ਨਹੀਂ ਸੀ ਕਰ ਸਕਦਾ। ਫਿਰ ਟੇਢੇ ਢੰਗ ਦੇ ਨਾਲ ਮੈਂ ਉਹਨਾਂ ਦੀ ਪੂਰੀ ਜਿਹੜੀ ਅਸੀਂ ਉਹ ਕੰਪੇਨ ਦੇ ਵਿੱਚ ਹਿੱਸਾ ਲਿਆ। ਅੱਛਾ, ਬਾਕੀ ਫਿਰ ਪਾਰਟੀਆਂ ਕਿਉਂ ਨੇ ਮਤਲਬ ਚੁਣੀਆਂ ਜਾਂ ਪਸੰਦ ਨਹੀਂ ਆਈਆਂ? ਨਹੀਂ, ਸਾਨੂੰ ਇਹ ਸੀ ਵੀ ਜਿਹੜੀ ਆਮ ਆਦਮੀ ਪਾਰਟੀ ਉਹ ਵੱਖਰੀ ਸੋਚ ਆ, ਨਵੀਂ ਸੋਚ ਆ, ਔਰ ਨਵੀਂ ਗੱਲ ਆ, ਨਵੇਂ ਇਰਾਦੇ ਆ। ਉਸ ਤੋਂ ਬਾਅਦ ਹੌਲੀ ਹੌਲੀ ਇਹ ਸਾਡਾ ਜਿਹੜਾ ਸਿਲਸਿਲਾ ਚੱਲਦਾ ਗਿਆ ਤੇ 16 ਦੇ ਵਿੱਚ 2016 ਦੇ ਵਿੱਚ ਦੇ ਐਂਡ ਦੇ ਵਿੱਚ ਮੈਨੂੰ ਆਮ ਆਦਮੀ ਪਾਰਟੀ ਦੀ ਟਿਕਟ ਮਿਲ ਗਈ। ਅੱਛਾ, ਉਹਦੇ ਲਈ ਬਹੁਤ, ਚਲੋ ਇਹ ਸਵਾਲ ਤੁਸੀਂ ਦੱਸ ਹੀ ਦਿੱਤਾ ਵੀ ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਪਾਰਟੀਆਂ ਦੇ ਵਿੱਚ ਟਿਕਟਾਂ ਸੌਖੀਆਂ ਨਹੀਂ ਮਿਲਦੀਆਂ, ਇਹਦੇ ਲਈ 2 ਨੰਬਰ ਦਾ ਕੰਮ ਜਿਹਾ ਹੁੰਦਾ ਵੀ ਪੈਸਾ ਧੇਲਾ ਵੀ ਚੱਲਦਾ। ਇਹ ਮਨਜੀਤ ਸਿੰਘ ਬਲਾਸਪੁਰ ਨੂੰ ਟਿਕਟ ਫਿਰ ਦਿੱਲੀ ਤੋਂ ਸਿੱਧੀ ਆ ਗਈ, ਝੋਲੇ 'ਚ ਖਾਤੇ 'ਚ ਪੈ ਗਈ। ਦੇਖੋ ਜੀ, ਪਰੋਸ ਕੇ ਤੁਹਾਨੂੰ ਕੋਈ ਵੀ ਨਹੀਂ ਦਿੰਦਾ। ਕੇਜਰੀਵਾਲ ਸਾਹਿਬ ਜਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਸ੍ਰੀ ਭਗਵੰਤ ਮਾਨ ਜੀ, ਉਹ ਕਿਹੜਾ ਮੈਨੂੰ ਡਾਇਰੈਕਟਲੀ ਬਾਈ ਨੇਮ ਜਾਣਦੇ ਸੀ। ਉਹਨਾਂ ਟਾਈਮਾਂ ਦੇ ਵਿੱਚ ਇੱਕ ਜਿਹੜਾ ਮੇਰਾ ਸਟਰਗਲ ਸੀ, ਪੱਤਰਕਾਰ ਹੋਣ ਕਰਕੇ ਮੇਰਾ ਨਾਮ ਸੋਹਣਾ ਸੀ ਤੇ ਅਸੀਂ ਤਕਰੀਬਨ 12-13 ਆਦਮੀ ਆ ਜਿਹੜੇ ਉਸ ਲਾਈਨ ਦੇ ਵਿੱਚ ਸੀਗੇ ਤੇ ਉਹਨਾਂ ਦੇ ਵਿੱਚੋਂ ਫਿਰ ਅਸੀਂ ਹੌਲੀ ਹੌਲੀ ਘਟਦੇ ਗਏ। 7-8 ਰਹਿ ਗਏ, 5-4 ਰਹਿ ਗਏ, ਫਿਰ 3 ਕੁ ਰਹਿ ਗਏ। 3 ਕੁ ਤੋਂ ਫਿਰ ਮੈਨੂੰ ਟਿਕਟ ਨਸੀਬ ਹੋ ਗਈ। ਉਸ ਤੋਂ ਬਾਅਦ ਫਿਰ ਬਸ ਸੀਐਮ ਸਾਹਿਬ ਦੀ ਉਦੋਂ ਐਮਪੀ ਹੁੰਦੇ ਸੀ, ਇਹਨਾਂ ਦੀ ਛਤਰ ਛਾਇਆ ਦੇ ਨਾਲ, ਇਹਨਾਂ ਦੀ ਰਹਿਮਤ ਦੇ ਨਾਲ ਐਮਐਲਏ ਬਣ ਗਏ ਤੇ ਉਸ ਤੋਂ ਬਾਅਦ ਫਿਰ ਦੂਸਰੀ ਵਾਰ ਟਿਕਟ ਅਨਾਉਂਸ ਹੋ ਗਈ। ਅੱਛਾ, ਪਹਿਲੀ ਵਾਰੀ ਦਾ ਮਤਲਬ ਐਕਸਪੀਰੀਅੰਸ ਦੱਸੋ ਵੀ ਜਦੋਂ ਮਤਲਬ ਪੂਰਾ ਰੈਡੀ ਸ਼ੈਡੀ ਹੋ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ, ਫਿਰ ਉਦੋਂ ਵਾਲੀ ਖੁਸ਼ੀ ਕਿਵੇਂ ਸੀ? ਦੇਖੋ ਜੀ, ਉਦੋਂ ਵਾਲੀ ਖੁਸ਼ੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਕਿਉਂਕਿ ਮੇਰਾ ਇੱਕ 20 ਸਾਲਾਂ ਬਾਅਦ ਸੁਪਨਾ ਪੂਰਾ ਹੋਇਆ ਸੀ। ਸਭ ਤੋਂ ਪਹਿਲਾਂ ਤਾਂ ਜਦੋਂ ਵਿਧਾਨ ਸਭਾ ਦੇ ਵਿੱਚ ਐਂਟਰ ਹੋਇਆ, ਮੈਂ ਥੱਲੇ ਬੈਠ ਕੇ ਬਕਾਇਦਾ ਮੱਥਾ ਟੇਕਿਆ। ਮੱਥਾ ਟੇਕ ਕੇ ਫਿਰ ਐਂਟਰੀ ਕੀਤੀ ਤੇ ਫਿਰ ਉਹ ਪੱਤਰਕਾਰ ਕਹਿਣ ਲੱਗੇ ਮੈਨੂੰ, ਕਿਉਂਕਿ ਉੱਥੇ ਪੱਤਰਕਾਰ ਬਹੁਤ ਵੱਡੀ ਗਿਣਤੀ 'ਚ ਹੁੰਦੇ, ਕਹਿੰਦੇ ਜੀ ਦੁਬਾਰਾ ਕਰੋ। ਮੈਂ ਕਿਹਾ ਨਹੀਂ। ਉਹ ਮੈਂ ਕਿਹਾ ਸ਼ਰਧਾ ਨਾਲ ਤੇ ਸੱਚੇ ਦਿਲੋਂ ਮੈਂ ਟੇਕਿਆ ਸੀ। ਹੁਣ ਮੈਂ ਟੇਕੂੰਗਾ ਤੇ ਉਹ ਐਕਟਿੰਗ ਲੱਗੂ। ਹਾਂ, ਇਸ ਕਰਕੇ ਹੁਣ ਨਹੀਂ ਬਸ। ਫਿਰ ਮੈਂ ਚਲਾ ਗਿਆ। ਪਰ ਉਹਦਾ 5 ਸਾਲ ਦਾ ਪੀਰੀਅਡ ਸੀ, ਬੜਾ ਕਠਿਨ ਸੀ, ਪਰ ਉਸ ਪੀਰੀਅਡ ਦੇ ਵਿੱਚ ਸਿੱਖਿਆ ਬਹੁਤ ਕੁਝ। ਕਿਉਂਕਿ ਆਪੋਜੀਸ਼ਨ ਦੇ ਵਿੱਚ ਰਹਿਣਾ, ਲੋਕਾਂ ਨੇ ਕੰਮ ਐਮਐਲਏ ਤੋਂ ਲੈਣੇ ਆ, ਲੋਕਾਂ ਨੂੰ ਕੋਈ ਮਤਲਬ ਨਹੀਂ ਸਰਕਾਰ ਕਿਹਦੀ ਆ, ਔਰ ਐਮਐਲਏ ਨੇ ਦੇਖਣਾ ਵੀ ਸਰਕਾਰ ਕਿਹਦੀ ਆ ਤੇ ਕੰਮ ਕਿਵੇਂ ਲੈਣੇ ਆ। ਉਹਨਾਂ ਟਾਈਮਾਂ ਦੇ ਵਿੱਚ ਕੰਮ ਲੈਣੇ ਬੜੇ ਮੁਸ਼ਕਲ ਸੀ, ਪਰ ਫਿਰ ਵੀ ਜਦੋਂ ਲੋਕ ਮੇਰੇ ਕੋਲੇ ਕੰਮ ਆਉਂਦੇ ਸੀ, ਤਕਰੀਬਨ ਕੰਮ ਮੈਂ ਕਰਵਾ ਕੇ ਤੋਰਦਾ ਸੀ। ਚਾਹੇ ਕਿਸੇ ਮਿਨਿਸਟਰ ਨੂੰ ਰਿਕੁਐਸਟ ਕਰਨੀ ਪੈਂਦੀ ਸੀ, ਚਾਹੇ ਡੀਸੀ ਨੂੰ, ਐਸਐਸਪੀ ਨੂੰ ਪਰਸਨਲੀ ਨਾਲ ਜਾ ਕੇ। ਮੈਂ
ਪਟਵਾਰੀ ਤੱਕ ਵੀ ਨਾਲ ਚਲਾ ਜਾਂਦਾ ਸੀ ਠੀਕ ਹੈ, ਆਪੋਜੀਸ਼ਨ 'ਚ। ਠੀਕ ਹੈ। ਜਦ ਕਿ ਹੁਣ ਤਾਂ ਜ਼ਰੂਰਤ ਨਹੀਂ ਹੂੰ ਨਹੀਂ ਛੋਟੇ ਤੋਂ ਛੋਟੇ ਅਫਸਰ ਤੱਕ ਵੀ ਮੈਂ ਨਾਲ ਜਾਂਦਾ ਰਿਹਾ। ਔਰ ਜੇ ਕਿਸੇ ਨੇ ਕੋਈ ਸਾਈਨ ਕਰਾਉਣੇ ਆ ਹੂੰ ਮੈਨੂੰ ਫੋਨ ਕਰਨਾ। ਮੇਰੀ ਕੋਸ਼ਿਸ਼ ਹੁੰਦੀ ਸੀ ਵੀ ਜਿਹੜਾ ਬੰਦਾ ਕੋਈ ਮੇਰੇ ਇਧਰਲੇ ਮੋਗੇ ਵਾਲੀ ਸਾਈਡ ਤੋਂ ਆ ਰਿਹਾ, ਮੰਨ ਲਾ ਮੈਂ ਮੋਗੇ ਵੱਲ ਨੂੰ ਜਾਣਾ ਵੀ ਕਿੱਥੇ 100 ਦਾ 150 ਦਾ 200 ਦਾ ਤੇਲ ਫੂਕੂ, ਮੈਂ ਉਹਨੂੰ ਕਹਿੰਦਾ ਸੀ ਵੀ ਭਾਈ ਇੰਨੇ ਵਜੇ ਮੈਂ ਇੱਥੋਂ ਦੀ ਲੰਘਣਾ, ਤੁਸੀਂ ਫਲਾਣੇ ਥਾਂ ਖੜ ਜਾਓ, ਮੈਂ ਉੱਥੇ ਤੁਹਾਡੇ ਸਾਈਨ ਕਰਕੇ ਜਾਊਂਗਾ। ਔਰ ਇਹ ਵੀ ਹੁੰਦਾ ਸੀ ਮੈਂ ਪਹੁੰਚ ਜਾਂਦਾ ਸੀ, ਅਗਲਾ ਆਇਆ ਨਹੀਂ ਸੀ ਹੁੰਦਾ, ਉੱਥੇ ਫੋਨ ਕਰਕੇ ਉਹਨੂੰ ਸਾਦੇ ਕੇ ਉਹਦੀ ਵੇਟ ਕਰਕੇ ਫੇਰ ਸਾਈਨ ਕਰਕੇ ਜਾਣਾ। ਅੱਛਾ। ਹਾਂ ਤੇ ਉਹਨਾਂ ਦਿਨਾਂ ਦੇ ਵਿੱਚ ਲੋਕਾਂ ਦਾ ਜਿਹੜਾ ਪਿਆਰ ਮਿਲਦਾ ਸੀ, ਕਿਉਂਕਿ ਲੋਕ ਉਮੀਦ ਕਰਦੇ ਨੇ ਵੀ ਜਿਹੜਾ ਸਾਡਾ ਨੇਤਾ ਸਾਡੇ ਕੰਮ ਕਰਾਊਗਾ। ਕਈ ਵਾਰੀ ਅੱਗੋਂ ਕੰਮ ਹੁੰਦੇ ਨਹੀਂ ਸੀ, ਫਿਰ ਉਹ ਸਥਿਤੀ ਨੂੰ ਕਿਵੇਂ ਟੈਕਲ ਕਰਦੇ ਸੀ? ਫਿਰ ਮੈਂ ਦੇਖੋ ਜੀ ਕਦੇ ਵੀ ਉਹਦੇ ਮਨ ਦੇ ਵਿੱਚ ਨਹੀਂ ਰੱਖਿਆ ਔਰ ਕਦੇ ਵੀ ਫਰੇਵ ਨਹੀਂ ਕੀਤਾ, ਗਲਤ ਨਹੀਂ ਦੱਸਿਆ। ਉੱਥੇ ਮੈਂ ਇਹ ਦੱਸਦਾ ਰਿਹਾ ਵੀ ਇਹ ਆਪਣੇ ਵੱਸ ਦੀ ਗੱਲ ਨਹੀਂ, ਕਿਉਂਕਿ ਜਿਹੜੀ ਸਰਕਾਰ ਆਪੋਜੀਸ਼ਨ ਦੀ ਆ, ਵਿਰੋਧੀ ਪਾਰਟੀ ਦੀ ਆ, ਔਰ ਜਿਹੜਾ ਵਿਰੋਧੀ ਪਾਰਟੀ ਦਾ ਹਲਕਾ ਇੰਚਾਰਜ ਆ ਉਹਦਾ ਇਸ ਕੰਮ ਦੇ ਵਿੱਚ ਇੰਟਰਸਟ ਆ ਪੂਰਾ। ਇਸ ਕਰਕੇ ਆਪਣਾ ਇਹ ਕੰਮ ਫਿਲਹਾਲ ਹੋਣ ਵਾਲਾ ਨਹੀਂ, ਇਹਨੂੰ ਆਪਾਂ ਹੋਰ ਤਰੀਕੇ ਨਾਲ ਕਰ ਸਕਦੇ ਜਾਂ ਉਹਦੇ ਲਈ ਆਪਾਂ ਕੋਈ ਸੰਘਰਸ਼ ਕਰਦੇ ਆ। ਪਰ ਮੇਰੀ ਖੁਸ਼ਕਿਸਮਤੀ ਰਹੀ ਆ, ਤਕਰੀਬਨ ਜ਼ਿਲ੍ਹੇ ਦੇ ਡੀਸੀ ਔਰ ਐਸਐਸਪੀ ਮੇਰੀ ਹਰ ਗੱਲ ਮੰਨਦੇ ਰਹੇ ਤੇ ਤਕਰੀਬਨ ਕੰਮ ਕਰਦੇ ਰਹੇ ਆ। ਅੱਛਾ, ਫਿਰ ਉਦੋਂ ਜ਼ਿਆਦਾ ਟੱਕਰ ਫਿਰ ਵਿਧਾਨ ਸਭਾ 'ਚ ਕਿਹਦੇ ਨਾਲ ਲਈ ਤੁਸੀਂ? ਜ਼ਿਆਦਾ ਟੱਕਰ ਜਿਹੜੇ ਉਹਨਾਂ ਟਾਈਮਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਅਕਾਲੀ ਦਲ ਵਾਲੇ ਵੀ ਸਾਡੇ ਵਿਰੋਧੀ ਸੀ, ਕਾਂਗਰਸ ਵੀ ਵਿਰੋਧੀ ਸੀ, ਤੇ ਜਿਹੜਾ ਬਸ ਆ ਜਾਂਦਾ ਸੀ ਉਹਦੇ ਨਾਲ ਨਿੱਕੇ ਪੰਜਾਬੀ 'ਚ ਕਹਿ ਦਈਏ। ਹਾਂ, ਜਿਹੜਾ ਲਿਖਿਆ ਜਾਂਦਾ ਸੀ। ਅੱਛਾ, ਤੇ ਮੈਨੂੰ ਇਹ ਦੱਸੋ ਵੀ ਜਦੋਂ ਦੁਬਾਰਾ ਬਣਦੇ ਹੋ ਉਹ ਪਹਿਲਾਂ ਵਾਲੀ ਤਿਆਰੀ ਕਿਵੇਂ ਕੀਤੀ? ਕਿਉਂਕਿ ਲੋਕ ਜੋੜਨੇ, ਲਗਾਤਾਰ ਜੋੜਨੇ ਬਹੁਤ ਔਖੇ ਨੇ, ਤੇ ਦੂਜੀ ਵਾਰੀ ਲੋਕ ਕਹਿੰਦੇ ਹਨੇਰੀ ਚੱਲੀ, ਪਰ ਤੁਹਾਡੇ ਲਈ ਤਾਂ ਮੈਂ ਕਹਿ ਸਕਦਾ ਹਨੇਰੀ ਨਹੀਂ, ਕਿਉਂਕਿ ਤੁਸੀਂ ਪਹਿਲਾਂ ਵੀ ਕੰਮ ਕਰਿਆ। ਤਾਂ ਦੂਜੀ ਵਾਰੀ ਦੀ ਮਿਹਨਤ ਕਿੰਨੀ ਰਹੀ ਹੈ? ਦੇਖੋ ਜੀ, ਬੜਾ ਅਹਿਮ ਸਵਾਲ ਆ ਤੁਹਾਡਾ। ਇਹ ਮੇਰੀ ਮਤਲਬ ਖੁਸ਼ਕਿਸਮਤੀ ਰਹੀ ਹੈ ਕਿ ਮੇਰੇ ਜਿਹੜੇ ਪਿਛਲੇ 5 ਸਾਲ ਸੀ ਉਹਦੇ ਤੇ ਇੱਕ ਵੀ ਮਤਲਬ ਦੋਸ਼ ਨਹੀਂ ਲੱਗਣ ਤਾਂ ਮੈਂ ਕੋਸ਼ਿਸ਼ ਕੀਤੀ ਆ। ਕੋਈ ਕਰਪਸ਼ਨ ਦਾ ਦੋਸ਼ ਨਹੀਂ ਸੀ, ਕੋਈ ਕਿਸੇ ਨੂੰ ਗਲਤ ਵਿਵਹਾਰ ਦਾ ਦੋਸ਼ ਨਹੀਂ ਸੀ, ਜਿਹੜੇ ਆਮ ਪੋਲੀਟੀਕਲ ਬੰਦਿਆਂ ਦੇ ਦੋਸ਼ ਲੱਗ ਜਾਂਦੇ ਆ, ਇਸ ਤਰ੍ਹਾਂ ਦੇ ਦੋਸ਼ਾਂ ਤੋਂ ਮੈਂ ਬਚਿਆ ਰਿਹਾ। ਬਾਕੀ ਸੀਐਮ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਭਗਵੰਤ ਮਾਨ ਜੀ, ਇਹਨਾਂ ਦੇ ਨਾਮ ਦੀ ਵੀ ਇੱਕ ਬਹੁਤ ਵੱਡੀ ਹਨੇਰੀ ਚੱਲ ਰਹੀ ਸੀ ਪੰਜਾਬ ਦੇ ਵਿੱਚ ਜੀ, ਤੇ ਇਸ ਕਰਕੇ ਸਾਡੇ ਦੇ ਦੋਸ਼ ਨਾ ਹੋਣ ਕਰਕੇ, ਉਹਨਾਂ ਦੇ ਨਾਮ ਦੀ ਹਨੇਰੀ ਚੱਲਦੀ ਹੋਣ ਕਰਕੇ ਅਸੀਂ ਹੋਰ ਵੀ ਆਸਾਨੀ ਨਾਲ ਔਰ ਵੱਧ ਵੋਟਾਂ ਦੇ ਮਾਰਜਨ ਨਾਲ ਜਿੱਤੇ। ਤੁਹਾਨੂੰ ਲੱਗਦਾ ਵੀ ਤੁਸੀਂ ਚੰਗੇ ਰਹਿ ਗਏ? ਉਦੋਂ ਬਹੁਤ ਹਨੇਰੀ ਚੱਲੀ ਸੀ, ਵੀ ਬੜੇ ਲੋਕ ਜਾ ਕੇ ਕਾਂਗਰਸ ਦੇ ਪਾਲੇ 'ਚ ਬੈਠ ਗਏ, ਤੁਹਾਡਾ ਵੀ ਨਾਂ ਆਇਆ ਵੀ ਮਨਜੀਤ ਸਿੰਘ ਬਲਾਸਪੁਰ ਵੀ ਕਾਂਗਰਸ ਦੇ ਪਾਲੇ ਜਾ ਕੇ ਬੈਠ ਗਏ। ਤੇ ਤੁਸੀਂ ਇਹ ਦੱਸੋ ਵੀ ਉਹ ਜਿਹੜਾ ਸਾਰਾ ਕੁਝ ਵਾਪਰਦਾ ਉਹ ਇੱਕ ਐ ਸੀਗਾ ਵੀ ਯਾਰ ਛੇਤੀ ਛੇਤੀ ਸੱਤਾ ਹਾਸਲ ਕਰ ਰਹੀ ਹੈ, ਜਾਂ ਮਨ ਦੇ ਵਿੱਚ ਇੱਕ ਧਾਰਿਆ ਕਿ ਨਹੀਂ ਜਿਹੜੀ ਪਾਰਟੀ ਨਾਲ ਜੁੜਿਆ ਤਾਂ ਜੁੜਿਆ? ਨਹੀਂ, ਦੇਖੋ ਮੇਰਾ ਇਹ ਰਿਹਾ, ਬੜਾ ਪ੍ਰੈਸ਼ਰ ਆ, ਬੜੇ ਲਾਲਚ ਦਿੱਤੇ ਗਏ, ਭਾਜਪਾ ਵੱਲੋਂ ਬੜੇ ਲਾਲਚ ਦਿੱਤੇ ਗਏ, ਕਾਂਗਰਸ ਪਾਰਟੀ ਵੱਲੋਂ ਬੜੇ ਲਾਲਚ ਦਿੱਤੇ ਗਏ, ਸ਼੍ਰੋਮਣੀ ਅਕਾਲੀ ਦਲ ਵੱਲੋਂ ਬੜੇ ਲਾਲਚ ਦਿੱਤੇ ਗਏ। ਪਰ ਮੇਰੇ ਮਨ ਦਾ ਇੱਕ ਤਹੀਆ ਸੀ ਕਿ ਸਾਨੂੰ ਕੇਜਰੀਵਾਲ ਸਾਹਿਬ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ, ਉਹਨਾਂ ਨੇ ਐਮਐਲਏ ਬਣਾਇਆ। ਆਹ 5 ਸਾਲ ਉਹਨਾਂ ਦੇ ਆ, ਅਸੀਂ ਕਿਤੇ ਨਹੀਂ ਜਾਣਾ, ਕੁਛ ਬਣੀਏ ਨਾ ਬਣੀਏ, ਅਸੀਂ ਪਾਰਟੀ ਦੇ ਨਾਲ ਰਹਿਣਾ। ਜਿਹੜੀਆਂ ਤੁਸੀਂ ਮੇਰੀ ਗੱਲ ਕਰਦੇ ਹੋ ਕਾਂਗਰਸ ਦੇ ਪਾਲੇ ਲੱਗੇ, ਬਿਲਕੁਲ ਅਫਵਾਹਾਂ ਸੀ, ਇੱਕ ਵੀ ਘਟਨਾ ਨਹੀਂ। ਲੋਕ ਕਹਿੰਦੇ ਸੀ ਮਨਜੀਤ ਚੱਲਦੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੀ ਸਾਈਡ ਬਹਿ ਕੇ, ਜਦ ਕਿ ਮੈਂ ਨਹੀਂ ਸੀ ਬੈਠਾ, ਉਹ ਇੱਕ ਹੋਰ ਐਮਐਲਏ ਸੀ ਜਿਹੜਾ ਜਾ ਕੇ ਬੈਠਾ ਸੀ। ਉਹ ਸਾਡੇ ਐਮਐਲਏ ਨੂੰ ਪਤਾ, ਮੇਰਾ ਬਿਲਕੁਲ ਈਵਨ ਕਿ ਗੱਲਬਾਤ ਵੀ ਨਹੀਂ ਸੀ ਕੋਈ। ਤੇ ਇੱਕ ਵਾਰ ਸਾਡੇ ਬੱਧਨੀ ਕਲਾਂ ਚੰਨੀ ਸਾਹਿਬ ਆਏ ਸੀ, ਉਸ ਸਮੇਂ ਮੁੱਖ ਮੰਤਰੀ ਸੀ। ਉਸ ਸਮੇਂ ਮੇਰੀ ਬੜੀ ਆਵਾਜ਼ ਉੱਡੀ ਕਿ ਮਨਜੀਤ ਸਿੰਘ ਬਲਾਸਪੁਰ ਅੱਜ ਕਾਂਗਰਸ ਪਾਰਟੀ ਸ਼ਾਮਲ ਹੋਣ ਜਾ ਰਿਹਾ, ਚੰਨੀ ਸਾਹਿਬ ਆ ਰਹੇ ਆ। ਤੇ ਜਦ ਕਿ ਉਸ ਦਿਨ ਮੈਂ ਫਗਵਾੜੇ ਮੈਂ ਰੈਲੀ ਨੂੰ ਸੰਬੋਧਨ ਕਰ ਰਿਹਾ ਸੀ, ਕਿਉਂਕਿ ਉਦੋਂ ਅਸੀਂ 10 ਹੀ ਐਮਐਲਏ ਰਹਿ ਗਏ ਸੀ ਜੀ, ਆਪਣਾ 10 ਇੱਕ ਐਮਐਲਏ ਨੂੰ ਇੱਕ ਲੋਕ ਸਭਾ ਹਲਕਾ ਦਿੱਤਾ ਸੀ। ਮੇਰੇ ਕੋਲ ਹੁਸ਼ਿਆਰਪੁਰ ਸੀਗਾ, ਔਰ ਫਗਵਾੜੇ ਇਧਰ ਜਿਹੜੀਆਂ ਰੈਲੀਆਂ ਹੁੰਦੀਆਂ ਸੀਗੀਆਂ ਉਹਨਾਂ ਦਾ ਇੰਚਾਰਜ ਸੀ ਮੈਂ। ਤੇ ਉਹ ਉਸ ਦਿਨ ਜਦ ਕਿ ਮੈਂ ਉਸ ਰੈਲੀ ਸੀ ਤੇ ਉੱਥੇ ਮੈਨੂੰ ਫੋਨ ਜਾ ਰਹੇ ਸੀ। ਅੱਛਾ, ਭਗਵੰਤ ਮਾਨ ਸਾਹਿਬ ਕੋਲੇ ਸਾਰੀਆਂ ਖਬਰਾਂ ਪਹੁੰਚਦੀਆਂ ਸੀ ਵੀ? ਬਿਲਕੁਲ ਜੀ, ਬਿਲਕੁਲ। ਦੇਖੋ ਜੀ, ਭਗਵੰਤ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਕੱਲੇ ਐਮਐਲਏ ਤੇ ਪੂਰੀ ਨਿਗਾਹ ਰੱਖਦੇ ਆ, ਔਰ ਕੱਲੇ ਐਮਐਲਏ ਬਾਰੇ ਉਹਨਾਂ ਨੂੰ ਸਾਰਾ ਪਤਾ। ਅੱਛਾ, ਹਾਂ। ਤੁਹਾਨੂੰ ਸਫਾਈ ਦੀ ਲੋੜ ਪਈ ਕਿ ਨਹੀਂ? ਨਹੀਂ, ਕਦੇ ਲੋੜ ਨਹੀਂ ਪਈ। ਮੇਰੇ ਬਾਰੇ ਆ ਜਿਹੜੀ ਅਫਵਾਹ ਹੈ ਇਦਾਂ? ਨਹੀਂ, ਨਾ ਮੈਨੂੰ ਪੁੱਛਿਆ, ਕਿਉਂਕਿ ਪਾਰਟੀ ਨੂੰ ਤਾਂ ਪਤਾ ਨਾ ਵੀ ਅਸੀਂ ਕਿੱਥੇ ਭੇਜਿਆ ਬੰਦਾ ਸਾਡਾ ਉੱਥੇ ਪਹੁੰਚਿਆ ਵਾ ਕਿ ਨਹੀਂ ਪਹੁੰਚਿਆ ਵਾ, ਕਿ ਮੈਂ ਉੱਥੇ ਰੈਲੀ ਨੂੰ ਸੰਬੋਧਨ ਕਰ ਰਿਹਾ ਕਿ ਨਹੀਂ ਕਰ ਰਿਹਾ ਉਸੇ ਟਾਈਮ ਸੇਮ ਟਾਈਮ। ਅੱਛਾ, ਕਿੱਥੇ ਫਗਵਾੜਾ, ਕਿੱਥੇ ਬੱਧਨੀ ਕਲਾਂ। ਠੀਕ ਹੈ। ਇਸ ਵਾਰੀ ਸੀਗਾ ਮਨ ਦੇ ਵਿੱਚ ਵੀ ਇਸ ਵਾਰੀ ਮੰਤਰੀ ਵਾਲੀ ਆਪਾਂ ਨੂੰ ਮਿਲੂਗੀ ਗੱਡੀ?
ਉਹਦਾ ਪਰਮਾਤਮਾ ਦੀਆਂ ਜੀ। ਨਹੀਂ ਉਹ ਮਤਲਬ ਮਨ ਦੇ ਵਿੱਚ ਹੁੰਦਾ ਕਦੇ ਮਿਹਨਤ ਕਰਦਾ ਬੰਦਾ ਤਾਂ ਮਤਲਬ ਲੋਕਾਂ ਨੇ ਕਿਹਾ ਨਹੀਂ ਵੀ ਇਸ ਵਾਰੀ ਜਦੋਂ ਆਉਂਦੇ ਸੀ ਨਹੀਂ ਦੇਖੋ ਲੋਕਾਂ ਨੂੰ ਇਹ ਸੀਗਾ ਹੀ ਵੀ ਸੈਕੰਡ ਟਾਈਮ ਐਮਐਲਏ ਬਣੇ ਆ ਹਾਂ। ਵੀ ਬਣਾਉਣਗੇ ਚੋ ਕੋਈ ਗੱਲ ਨਹੀਂ ਕਿਉਂਕਿ ਅੱਛਾ। ਇਹ ਪਾਰਟੀਆਂ ਦੇ ਫੈਸਲੇ ਹੁੰਦੇ ਆ ਕਦੇ ਬਿਲਕੁਲ ਹੀ ਕੋਈ ਤਿਲ ਪਰ ਵੀ ਆਪਾਂ ਨੂੰ ਕੋਈ ਭਰੋਸਾ ਨਹੀਂ ਕੋਈ ਗਿਲਾ ਨਹੀਂ। ਠੀਕ ਹੈ ਬਿਲਕੁਲ। ਹੁਣ ਜਦੋਂ ਲੋਕ ਤੁਹਾਡੇ ਕੋਲੇ ਆਉਂਦੇ ਆ ਹੁਣ ਮਾਹੌਲ ਬਿਲਕੁਲ ਬਦਲ ਚੁੱਕਾ ਹੈ ਹਾਂਜੀ। ਹੁਣ ਤੁਸੀਂ ਪੰਜਾਬੀ ਦੇ ਵਿੱਚ ਕਹਿ ਦਈਏ ਵੀ ਪੱਕੇ ਤੌਰ ਤੇ ਜਿਹੜੇ ਸਿਆਸਤਦਾਨ ਬਣ ਗਏ ਹੋ ਇਹ ਜ਼ਿੰਦਗੀ ਕਿਵੇਂ ਚੱਲਦੀ ਹੈ? ਜ਼ਿੰਦਗੀ ਬਹੁਤ ਚੰਗੀ ਚੱਲ ਰਹੀ ਆ ਅੱਛਾ ਔਰ ਰੁਝੇਵਾਂ ਬਹੁਤ ਜ਼ਿਆਦਾ ਜ਼ਿੰਦਗੀ 'ਚ। ਠੀਕ ਹੈ ਘਰ ਵੀ ਦਫ਼ਤਰ ਵੀ ਜਿੱਥੇ ਵੀ ਜਾਂਦੇ ਆ ਪਬਲਿਕ ਬਹੁਤ ਵੱਡੀ ਪੱਧਰ ਤੇ ਇਕੱਠੀ ਹੁੰਦੀ ਆ ਕੰਮ ਕਹਿੰਦੇ ਆ ਔਰ ਮੇਰੇ ਹਲਕੇ ਦੇ ਵਿੱਚ ਤੁਸੀਂ ਜਿਹੜੇ ਸਾਡੇ ਕੋਲੇ ਕੰਮਾਂ ਨੂੰ ਆਉਂਦੇ ਆ ਜੀ। ਤੁਸੀਂ ਪੁੱਛ ਸਕਦੇ ਹੋ ਹਰ ਇੱਕ ਬੰਦੇ ਦੀ ਚੰਗੀ ਤਰ੍ਹਾਂ ਗੱਲ ਸੁਣੀਦੀ ਆ ਹੂੰ ਔਰ ਉਹਦਾ ਪ੍ਰੋਪਰ ਕੰਮ ਉਸੇ ਟਾਈਮ ਕਰਵਾ ਕੇ ਦਿਆ। ਕਿਸੇ ਡੀਸੀ ਸਾਹਿਬ ਨੂੰ ਕਹਿਣਾ ਐਸਡੀਐਮ ਸਾਹਿਬ ਨੂੰ ਕਹਿਣਾ ਐਸਐਸਪੀ ਸਾਹਿਬ ਨੂੰ ਕਹਿਣਾ ਅਗਲੇ ਦੀ ਹਾਜ਼ਰੀ ਦੇ ਵਿੱਚ ਕਹੀਦਾ। ਬੜੇ ਸਾਰੇ ਨਾ ਜਦੋਂ ਵਿਧਾਇਕ ਨਵੇਂ ਬਣੇ ਤਾਂ ਉਹਨਾਂ ਦੀਆਂ ਚਰਚਾਵਾਂ ਆਈਆਂ ਕਿ ਸਾਡੀ ਜਿਹੜੇ ਡੀਸੀ ਨੇ ਜਾਂ ਵੱਡੇ ਵੱਡੇ ਲੋਕ ਨੇ ਉਹ ਗੱਲ ਨਹੀਂ ਸੁਣਦੇ ਜਿਹੜੇ ਅਫਸਰ ਸਾਹਿਬਾਨ ਨੇ ਪਰ ਤੁਹਾਡੇ ਵਾਰੀ ਮੈਂ ਦੇਖਿਆ ਵੀ ਤੁਹਾਡੇ ਤੇ ਉਹ ਗੀਤ ਨਹੀਂ ਆਇਆ ਸੀ ਗੁਰਨਾਮ ਭੁੱਲਰ ਦਾ ਅੜਦੀ ਦਿਸੀ ਤਾਂ ਗੱਲ ਫੋਨ ਮਾਰਦੀ ਇਹ ਫੋਨ ਤੇ ਕੰਮ ਹੋ ਜਾਂਦੇ ਆ ਇਹਦੇ ਲਈ ਤੁਸੀਂ ਅਫਸਰਾਂ ਦੇ ਨਾਲ ਪਿਆਰ ਇਹਨਾਂ ਕਿਵੇਂ ਬਣਾ ਕੇ ਰੱਖਿਆ? ਦੇਖੋ ਜੀ ਇਹ ਹੁਣ ਤਾਂ ਚਲੋ ਸਰਕਾਰ ਆ ਕੰਮ ਹੋਣੀ ਹੋਣੇ ਅਫਸਰ ਸਾਰੇ ਕੰਮ ਕਰਦੇ ਆ। ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਮੇਰੀ ਖੁਸ਼ਕਿਸਮਤੀ ਮੇਰੇ ਆਪੋਜੀਸ਼ਨ 'ਚ ਵੀ ਅਫਸਰ ਕੰਮ ਕਰਦੇ ਰਹੇ ਆ। ਠੀਕ ਹੈ ਟੋਟਲ ਅਫਸਰ ਮੇਰਾ ਕੰਮ ਕਰਦੇ ਰਹੇ ਆ ਕਿਉਂਕਿ ਤੁਹਾਡਾ ਸਲੀਕਾ ਜੇ ਤੁਸੀਂ ਹੁਣ ਸਰਕਾਰ ਵਾਲਾ ਡੰਡਾ ਵਿਖਾਓਗੇ ਜਾਂ ਸਰਕਾਰ ਦੇ ਜੋਸ਼ 'ਚ ਮਿਸਬਿਹੇਵ ਕਰੋਗੇ ਜਾਂ ਗਲਤ ਤਰੀਕੇ ਨਾਲ ਬੋਲੋਗੇ ਤਾਂ ਜ਼ਰੂਰੀ ਹੈ ਕਿ ਤੁਹਾਨੂੰ ਜਿਹੜੇ ਅਫਸਰ ਰਿਸਪੌਂਸ ਚੰਗਾ ਨਹੀਂ ਦੇਣਗੇ। ਪਰ ਮੈਂ ਹਮੇਸ਼ਾ ਹੀ ਬੜੇ ਸਤਿਕਾਰ ਨਾਲ ਡੀਸੀ ਸਾਹਿਬ ਐਸਐਸਪੀ ਸਾਹਿਬ ਡਿਪਟੀ ਸਾਹਿਬ ਐਡੀਐਮ ਸਾਹਿਬ ਬੜੇ ਸਤਿਕਾਰ ਨਾਲ ਮੈਂ ਕੰਮ ਕਹਿਣਾ ਔਰ ਬੜੇ ਚਾਅ ਦੇ ਨਾਲ ਮੇਰਾ ਕੰਮ ਕਰਦੇ ਆ। ਅੱਛਾ ਕਿਉਂਕਿ ਜਿਹੜਾ ਇੱਕ ਨੇਤਾ ਹੁੰਦਾ ਜਾਂ ਕੋਈ ਵੀ ਇਨਸਾਨ ਆ ਜਦੋਂ ਕਾਮਯਾਬੀ ਤੇ ਪਹੁੰਚਦਾ ਤਾਂ ਉਹ ਆਪਣੇ ਪੁਰਾਣੇ ਦੋਸਤਾਂ ਕਰਕੇ ਆਪਣੇ ਪੁਰਾਣੇ ਜਿਹੜੇ ਉਹਦੇ ਨਾਲ ਸੰਬੰਧੀ ਨੇ ਉਹਨਾਂ ਕਰਕੇ ਪਛਾਣਿਆ ਜਾਂਦਾ। ਤੁਹਾਡੇ ਨਾਲ ਮੈਂ ਦੇਖਦਾ ਉਹੀ ਪੁਰਾਣਾ ਘੇਰਾ ਤੁਸੀਂ ਨਵੇਂ ਘੇਰੇ ਨੂੰ ਹਾਵੀ ਨਹੀਂ ਹੋਣ ਦਿੱਤਾ ਇਹਦੇ ਪਿੱਛੇ ਕੀ ਰਾਜ? ਦੇਖੋ ਜਿਹੜਾ ਪੁਰਾਣਾ ਘੇਰਾ ਪੁਰਾਣੇ ਘੇਰੇ ਨੂੰ ਸਾਡੀਆਂ ਕਮੀਆਂ ਦਾ ਸਾਡੀਆਂ ਖੂਬੀਆਂ ਦਾ ਪਤਾ ਹੁੰਦਾ ਸਾਡੇ ਸੁਭਾਅ ਦਾ ਪਤਾ ਹੁੰਦਾ ਉਸ ਤਰੀਕੇ ਨਾਲ ਚੱਲਦਾ। ਜਿਹੜਾ ਨਵਾਂ ਬਹੁਤ ਸਾਰੇ ਬੰਦੇ ਜਿਹੜੇ ਰਾਜਨੀਤੀ ਦੇ ਵਿੱਚ ਉਹ ਫੇਲ ਹੋ ਜਾਂਦੇ ਆ ਜਾਂ ਬਦਨਾਮ ਹੋ ਜਾਂਦੇ ਕਿਉਂਕਿ ਨਵੇਂ ਬੰਦੇ ਨੂੰ ਨਹੀਂ ਪਤਾ ਹੁੰਦਾ ਉਹ ਫਿਰ ਕਈ ਤਰ੍ਹਾਂ ਦੇ ਗਲਤ ਫੈਸਲੇ ਕਰਵਾ ਲੈਂਦੇ ਆ ਗਲਤ ਗੱਲਾਂ ਮਨਵਾ ਲੈਂਦੇ ਆ ਜਿਹਦੇ ਨਾਲ ਤੁਹਾਡਾ ਨੁਕਸਾਨ ਹੁੰਦਾ। ਜਿਹੜਾ ਪੁਰਾਣਾ ਤੁਹਾਡਾ ਸਰਕਲ ਆ ਪੁਰਾਣੇ ਸਰਕਲ ਦੇ ਵਿੱਚ ਉਹਨਾਂ ਨੂੰ ਸਾਰਾ ਪਤਾ ਹੁੰਦਾ ਉਹਨਾਂ ਨੂੰ ਇਹ ਪਤਾ ਹੁੰਦਾ ਵੀ ਇਹਦਾ ਇਹ ਟੇਸਟ ਹੈ ਇਹਨੇ ਕਹਿਣਾ ਜਾਂ ਨਹੀਂ ਕਹਿਣਾ ਇਹ ਕੰਮ ਕਰਨਾ ਜਾਂ ਨਹੀਂ ਕਰਨਾ। ਇਸ ਵਾਰੀ ਆਮ ਆਦਮੀ ਪਾਰਟੀ ਨੂੰ ਜਿਹੜਾ ਚੱਕਰ ਪਾਇਆ ਉਹਨਾਂ ਦੇ ਪੀਏ ਨੇ ਪਾਇਆ ਬੜੇ ਸਾਰੇ ਪੀਏ ਦੇ ਰੌਲੇ ਪੈ ਗਏ ਤੁਸੀਂ ਆਪਦੇ ਪੀਏ ਦਾ ਠੀਕ ਆ ਤੁਹਾਡੇ ਪੱਕਾ ਤੌਰ ਤੇ ਘੋਸ਼ਿਤ ਕੀਤਾ ਵੀ ਆਹ ਬੰਦਾ ਇਹਨੂੰ ਹੀ ਮਿਲੋ ਬਸ? ਦੇਖੋ ਜੀ ਪਿਛਲੇ 5 ਸਾਲ ਵੀ ਮੈਂ ਆਪਦਾ ਪੀ ਆਪ ਰਿਹਾ ਅੱਛਾ ਔਰ ਹੁਣ ਵੀ ਹਾਂ ਫੋਨ ਲਾਉਣ ਵਾਸਤੇ ਮਾੜਾ ਮੋਟਾ ਕਹਿ ਦਈਦਾ ਕੰਮ ਨੂੰ ਕਹਿ ਦਈਦਾ ਪਰ ਹੁਣ ਵੀ ਮੈਂ ਆਪਦਾ ਪੀਏ ਆਪ ਹੀ ਆ। ਠੀਕ ਹੈ ਔਰ ਜਿਹੜਾ ਮੇਰੇ ਫੋਨ ਤੋਂ ਫੋਨ ਲਾਊਗਾ ਮੁੰਡਾ ਕੋਈ ਵੀ ਲਾਵੇ ਉਹ ਮੇਰੇ ਫੋਨ ਤੋਂ ਲਾਊਗਾ ਇਹ ਨਹੀਂ ਕਿ ਆਪਦੇ ਫੋਨ ਤੋਂ ਲਾਊਗਾ। ਮੈਂ ਪੀਏ ਤੇ ਬਹੁਤ ਘੱਟ ਕੰਮ ਛੱਡਦਾ ਮੇਰਾ ਸੁਭਾਅ ਇਹ ਨਹੀਂ ਕੋਈ ਮੈਨੂੰ ਸ਼ੱਕ ਆ ਜਾਂ ਡਾਊਟ ਆ ਮੈਨੂੰ ਜ਼ਿਆਦਾਤਰ ਆਪ ਕੰਮ ਕਰਕੇ ਖੁਸ਼ੀ ਮਿਲਦੀ ਚੰਗਾ ਲੱਗਦਾ। ਤੇ ਇਸ ਵਾਰੀ ਲੋਕਾਂ ਨੇ ਇੱਕ ਗੱਲ ਕਹੀ ਵੀ ਜਿਹੜੇ ਵਿਧਾਇਕ ਸੀ ਆਮ ਆਦਮੀ ਪਾਰਟੀ ਸੀ ਤੇ ਕਈ ਵਿਧਾਇਕ ਆਮ ਤੋਂ ਖਾਸ ਬਣ ਗਏ ਤੇ ਤੁਸੀਂ ਆਪਣਾ ਬੈਲੈਂਸ ਕਿਵੇਂ ਬਣਾ ਕੇ ਰੱਖਿਆ ਹੋਇਆ ਮਤਲਬ ਖਰਚੇ ਘੱਟ ਕਰਦੇ ਹੋ ਜਾਂ ਫਿਰ ਹੁਣ ਤੁਹਾਡਾ ਵੀ ਦਿਲ ਕਰਦਾ ਵੀ ਯਾਰ ਹੁਣ ਤਾਂ ਦੂਜੀ ਵਾਰੀ ਆ ਚਲੋ? ਦੇਖੋ ਖਰਚੇ ਮੈਂ ਪਹਿਲਾਂ ਵੀ ਨਹੀਂ ਕਰਦੇ ਖਰਚੇ ਹੁਣ ਵੀ ਨਜਾਇਜ਼ ਨਹੀਂ ਕਰੀਦੇ। ਮੇਰੇ ਕੋਲ ਤਾਂ ਜੇ ਕੋਈ ਆਲਟੋ ਲੈ ਕੇ ਆ ਗਿਆ ਉਹਦੇ 'ਚ ਬੈਠ ਜਾਣਾ ਜੇ ਕੋਈ ਮਰੂਤੀ ਲੈ ਕੇ ਆ ਗਿਆ ਉਹਦੇ 'ਚ ਬੈਠ ਜਾਣਾ ਇੰਡੀਕਾ ਲੈ ਕੇ ਆ ਗਿਆ ਏਸੀ ਚੱਲਦਾ ਨਹੀਂ ਚੱਲਦਾ ਜੇ ਜਦੋਂ ਕਿਸੇ ਦੀ ਗੱਲ ਸੁਣਨੀ ਆ ਮੰਨ ਲਓ ਕਿਸੇ ਨੇ ਪਰਸਨਲ ਕਰਨੀ ਹੈ ਮੇਰੀ ਗੱਡੀ 'ਚ ਬੰਦੇ ਬੈਠੇ ਆ ਜਾਂ ਗਨਮੈਨ ਆ ਤੇ ਮੂਹਰੇ ਜਿਹੜਾ ਵੀ ਗੱਡੀ ਲੈ ਕੇ ਆ ਗਿਆ ਮੈਂ ਤਾਂ ਉਹਦੇ ਨਾਲ ਹੀ ਬੈਠ ਜਾਣਾ। ਠੀਕ ਹੈ ਤੇ ਜਿੱਥੇ ਕੋਈ ਸਾਦਾ ਚਲੇ ਜਾਈਦਾ। ਕੱਲ ਦੀ ਗੱਲ ਆ ਮੈਂ ਪਿੰਡ ਖੋਟਿਆਂ ਤੋਂ ਬੱਧਨੀ ਕਲਾਂ ਜਾ ਰਿਹਾ ਸੀ ਔਰ ਮੈਂ ਜਦੋਂ ਰਾਊਕੇ ਕਲਾਂ ਵੇ ਦੀ ਲੰਘਣ ਲੱਗਿਆ ਤਾਂ ਮੈਨੂੰ ਪਿੱਛੋਂ ਫੋਨ ਆਇਆ ਕਹਿੰਦੇ ਬਾਈ ਜੀ ਕਿਸਾਨ ਸੀਗੇ ਖੇਤਾਂ ਦੇ ਵਿੱਚੋਂ ਕਹਿੰਦੇ ਜੀ ਤੁਸੀਂ ਸਾਡੇ ਕੋਲ ਦੀ ਲੰਘੇ ਤੇ ਮੁੜਿਆ ਮੈਂ ਤਕਰੀਬਨ 1.5 ਕਿਲੋਮੀਟਰ ਅੱਗੇ ਲੰਘਿਆ ਸੀ 1.5 ਕਿਲੋਮੀਟਰ ਤੋਂ ਗੱਡੀ ਮੈਂ ਵਾਪਸ ਲੈ ਕੇ ਆਇਆ ਫਿਰ ਮੈਂ ਉਹਨਾਂ ਦੀ ਗੱਲ ਸੁਣੀ ਔਰ ਉਹ ਇਸ ਗੱਲ ਤੇ ਬੜੇ ਹੈਰਾਨ ਹੋਏ ਕਹਿੰਦੇ ਜੀ ਇਹ ਪਹਿਲੀ ਵਾਰ ਆ ਕੋਈ ਐਮਐਲਏ ਇਸ ਤਰ੍ਹਾਂ ਫੋਨ ਕੀਤਾ ਤੇ ਵਾਪਸ ਮੁੜਿਆ ਹੋਵੇ। ਠੀਕ ਹੈ ਇਹ ਜਿਹੜੀ ਮੇਰਾ ਪਹਿਲਾਂ ਵੀ ਸੁਭਾਅ ਸੀ ਹੁਣ ਵੀ ਸੁਭਾਅ ਕਈ ਵਾਰੀ ਮਤਲਬ ਮੈਂ ਦੇਖਦਾ ਹੁੰਦਾ ਵੀ ਤੁਹਾਡੇ ਕੋਲੇ ਕਈ ਵਾਰੀ ਬੰਦੇ ਆ ਜਾਂਦੇ ਆ ਕੰਮ ਕਰਾਉਣ ਵਾਲੇ ਉਹ ਤੱਤੇ ਜੇ ਹੋ ਕੇ ਆਉਂਦੇ ਆ ਵੀ ਗਰਮੀ ਦੇ ਨਾਲ ਫਿਰ ਉਹਨਾਂ ਨੂੰ ਠੰਡਾ ਕਰਨ ਵਾਸਤੇ ਕੀ ਉਹਨਾਂ ਕੋਲੇ ਤੁਹਾਡੇ ਕੋਲੇ ਸਜੀਵਨੀ ਬੂਟੀ? ਦੇਖੋ ਜੀ ਜਿਹੜਾ ਨਾ ਤੱਤਾ ਹੋ ਕੇ ਆਉਂਦਾ ਉਹ ਤੁਹਾਡਾ ਬੜਾ ਖਾਸ ਬੰਦਾ ਹੋਊ। ਠੀਕ ਹੈ ਉਹਨੇ ਤੁਹਾਡੀ ਖਾਤਰ
ਕੁਝ ਕੀਤਾ ਹੋਊਗਾ, ਇਸ ਕਰਕੇ ਉਹਦਾ ਉਹ ਹੱਕ ਮਹਿਸੂਸ ਕਰਦਾ, ਇਸ ਕਰਕੇ ਉਹ ਤੁਹਾਡੇ ਤੇ ਤੱਤਾ ਹੁੰਦਾ। ਜੇ ਕੋਈ ਤੱਤਾ ਹੁੰਦਾ ਫਿਰ ਉਹਨੂੰ ਉਸ ਹਿਸਾਬ ਨਾਲ ਟਾਈਮ ਪਾ ਕੇ ਸੈੱਟ ਕਰ ਲਈਦਾ। ਠੀਕ ਹੈ ਕਿ ਮੇਰੀ ਰਿਹਾਇਸ਼ ਮੇਰੇ ਆਪਦੇ ਪਿੰਡ 'ਚ ਹੀ ਹੈ। ਇਹ ਮੈਨੂੰ ਬਹੁਤ ਵਧੀਆ ਗੱਲ ਤੁਹਾਡੀ ਲੱਗੀ ਵੀ ਤੁਸੀਂ ਰਿਹਾਇਸ਼ ਆ ਜਿਹੜੀ ਪਿੰਡ 'ਚ ਬਣਾਈ ਹੈ, ਪਰ ਕੋਠੀ ਸੁੱਖ ਨਾਲ ਚੰਗੀ ਵੱਡੀ ਪਾ ਲਈ ਹੈ। ਇਹ ਆਪਦੇ ਪੈਸੇ ਦੀ ਹੈ, ਲੋਕ ਕੱਲ ਨੂੰ ਇਲਜ਼ਾਮ ਨਾ ਲਾ ਦੇਣ। ਨਹੀਂ, ਪਹਿਲੀ ਗੱਲ ਤਾਂ ਮੈਂ ਕੋਠੀ ਪਾਈ ਨਹੀਂ। ਠੀਕ ਹੈ। ਨੰਬਰ 1 ਕਿਉਂਕਿ ਕੋਠੀ ਮੇਰੀ ਉਹੀ ਹੈ ਜਿਹੜੀ 1998 ਦੇ ਵਿੱਚ ਮੇਰੇ ਫਾਦਰ ਸਾਹਿਬ ਨੇ ਆਰਮੀ ਚੋਂ ਰਿਟਾਇਰ ਹੋ ਕੇ ਪਾਈ ਸੀ। ਠੀਕ ਹੈ। ਸਿਰਫ ਮੈਂ ਇੱਕ ਦਫ਼ਤਰ ਬਣਾਇਆ ਜਿਹਦੇ ਵਿੱਚ ਪਬਲਿਕ ਬੈਠਦੀ ਆ ਔਰ ਜਿਹਦੇ ਵਿੱਚ ਗਨਮੈਨ ਰਹਿੰਦੇ ਆ, ਜਿਹਦੇ ਵਿੱਚ ਕਿਚਨ ਜਿਹੜੀ ਉਸ ਆਪਣੇ ਗਨਮੈਨਾਂ ਤੇ ਦੂਜੇ ਆਈ ਜਿਹੜੀ ਪਬਲਿਕ ਆਉਂਦੀ ਉਹਨੂੰ ਆਪਣਾ ਚਾਹ ਪਾਣੀ ਫੜਾਉਣ ਵਾਸਤੇ। ਠੀਕ ਹੈ। ਦੂਸਰੀ ਗੱਲ, ਜਦੋਂ ਇਹ ਮੈਂ ਬਣਾਇਆ ਮੇਰੇ SBI ਬੈਂਕ ਆ, ਇੱਥੋਂ ਮੈਂ 20 ਲੱਖ ਦਾ ਲੋਨ ਲਿਆ। ਠੀਕ ਹੈ। ਉਸ 20 ਲੱਖ ਦੇ ਲੋਨ ਦੇ ਨਾਲ ਮੈਂ ਆਪਣਾ ਸਾਰਾ ਬਣਾਇਆ ਔਰ ਉਹਦੀ ਮੈਂ ਅੱਜ ਵੀ ਕਿਸ਼ਤ ਭਰਦਾ। ਅੱਛਾ। ਹਾਂ। ਤੇ ਮੈਨੂੰ ਇਹ ਦੱਸੋ ਵੀ ਜਿਹੜਾ ਪੰਜਾਬ ਦੇ ਵਿੱਚ ਇੱਕ ਵੱਡਾ ਮੁੱਦਾ ਉਹ ਨਸ਼ਿਆਂ ਦਾ ਮੁੱਦਾ ਹੈ। ਸਾਰੇ ਜਿਹੜੇ ਮੰਤਰੀ ਸਾਹਿਬਾਨ ਨੇ ਜਾਂ ਵਿਧਾਇਕ ਸਾਹਿਬਾਨ ਨੇ ਉਹਨਾਂ ਤੇ ਕੰਮ ਕਰ ਰਹੇ ਨੇ, ਤੁਹਾਡੀ ਕਾਰਵਾਈ ਉਹਨਾਂ ਨੂੰ ਲੈ ਕੇ ਕਿਤੇ, ਕਿਉਂਕਿ ਕਈ ਵਾਰੀ ਇਹ ਹੁੰਦਾ ਵੀ ਲੋਕ ਫੋਨ ਬਹੁਤ ਕਰਾਉਂਦੇ ਨੇ, ਤੁਹਾਡੇ ਨਾਲ ਵੀ ਵਾਪਰਦਾ ਹੋਣਾ ਵੀ ਇਸ ਵਾਰੀ ਬਖਸ਼ ਦਿੰਦੇ ਹੋ ਫਿਰ? ਨਾ ਜੀ ਨਾ, ਚਿੱਟਾ ਸੱਟਾ ਚੋਰੀ ਇਹਦੇ ਨਾਲ ਸਾਡੀ ਕੋਈ ਲਿਹਾਜ਼ ਨਹੀਂ। ਇਹ ਮੇਰਾ ਪ੍ਰਸ਼ਾਸਨ ਨੂੰ ਕਿਹਾ ਵਾ ਵੀ ਇਹ ਜਿੱਥੇ ਵੀ ਕੋਈ ਮਿਲਦਾ ਇਹ ਤੇ ਪ੍ਰੋਪਰ ਕਾਰਵਾਈ ਕਰੋ। ਠੀਕ ਹੈ। ਤੇ ਜਾਂਦੇ ਜਾਂਦੇ ਜੇ ਲਾਸਟ ਜੋ ਸਵਾਲ ਹੈ, ਭਗਵੰਤ ਮਾਨ ਸਾਹਿਬ ਨਾਲ ਤੁਹਾਡੀ ਕਿਵੇਂ? ਬਹੁਤ ਵਧੀਆ ਜੀ, ਸਾਡੇ ਬੜੇ ਸਤਿਕਾਰਯੋਗ ਆ ਔਰ ਸਾਨੂੰ ਚਾਹ ਚੜ ਜਾਂਦਾ ਜਦੋਂ ਕਿਤੇ ਦਰਸ਼ਨ ਮੇਲਾ ਹੁੰਦਾ ਨਾ ਉਹਨਾਂ ਦਾ। ਤੇ ਹੁਣ ਥੋੜੇ ਦਿਨ ਹੋ ਗਏ ਇੱਕ ਫੰਕਸ਼ਨ ਸੀ, ਉਹਦੇ ਵਿੱਚ ਇਕੱਠੇ ਹੋਏ ਤੇ ਬੜਾ ਆਨੰਦ ਆਇਆ, ਜੱਫੀ ਪਾ ਕੇ ਮਿਲੇ ਤੇ ਬਹੁਤ ਉਹ ਵੀ ਬਹੁਤ ਪਿਆਰ ਕਰਦੇ, ਅਸੀਂ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ। ਅੱਛਾ। ਤੇ ਮਤਲਬ ਜਿਹੜੇ ਪਾਰਟੀ ਦੇ ਬਾਕੀ ਵਿਧਾਇਕ ਨੇ, ਸਭ ਤੋਂ ਜ਼ਿਆਦਾ ਜੇ ਮੈਂ ਪੁੱਛਾਂ ਬਲਾਸਪੁਰ ਸਾਹਿਬ ਦੀ ਯਾਰੀ ਕਿਹਦੇ ਨਾਲ ਹੈ? ਮੇਰੀ ਤਾਂ ਸਾਰਿਆਂ ਨਾਲ ਹੀ। ਨਹੀਂ ਕੋਈ ਦੋ ਚਾਰਾਂ ਨਾਲ ਜਿੰਨੀ, ਮਤਲਬ ਉਵੇਂ ਨਹੀਂ, ਜਿਨ੍ਹਾਂ ਨੂੰ ਕਈ ਨਹੀਂ ਵਿਧਾਇਕਾਂ ਦੀ ਗੱਲ ਕਰਦੇ ਹਾਂ। ਵਿਧਾਇਕਾਂ ਚੋਂ ਜ਼ਿਆਦਾਤਰ ਕੁਲਵੰਤ ਸਿੰਘ ਪੰਡੋਰੀ ਅਸੀਂ ਜਿਹੜੀ, ਕਿਉਂਕਿ ਸਾਡੇ ਹਲਕੇ ਇਕੱਠੇ ਕਰਕੇ ਸਾਡਾ ਸਫ਼ਰ ਇਕੱਠਾ ਕਰਕੇ ਅਸੀਂ ਤਕਰੀਬਨ ਇਕੱਠੇ ਇੱਕ ਗੱਡੀ ਚਲੇ ਜਾਂਦੇ ਹਾਂ। ਪਿਛਲੀ ਵਾਰ ਵੀ ਅਸੀਂ ਇੱਕ ਗੱਡੀ 'ਚ ਜਾਂਦੇ ਰਹੇ ਹਾਂ ਤੇ ਐਤਕੀ ਵੀ ਅਸੀਂ ਇੱਕ ਗੱਡੀ 'ਚ ਚਲੇ ਜਾਂਦੇ ਹਾਂ। ਵਿਰੋਧੀਆਂ ਨੇ ਬੜੇ ਸਵਾਲ ਜੋ ਚੱਕੇ ਵੀ ਕੋਈ ਤਾਂ ਸਾਈਕਲ ਵਾਲਾ ਆ ਗਿਆ, ਕੋਈ ਰਾਈਚਾਰਜ ਵਾਲਾ ਆ ਗਿਆ, ਉਹਨਾਂ ਨੂੰ ਮਤਲਬ ਜੇ ਜਵਾਬ ਦੇਣਾ ਹੋਵੇ, ਅੱਜ ਵਿਧਾਇਕ ਸਾਹਿਬ ਤੁਸੀਂ ਮਿਲੇ ਹੋ ਤਾਂ ਫਿਰ ਕਿਵੇਂ ਦਵੋਗੇ ਕੈਮਰੇ ਸਾਹਮਣੇ? ਦੇਖੋ ਜੀ, ਜਿਹੜਾ ਬੰਦਾ ਕੋਈ ਕੰਮ ਕਰਦਾ ਉਸੇ ਕੰਮ 'ਚ ਹੀ ਆਉਣਾ ਨਾ। ਅਸੀਂ ਪੱਤਰਕਾਰਤਾ ਦੇ ਖੇਤਰ 'ਚ ਆਏ ਹਾਂ। ਇੱਕ ਗੱਲ ਬੜੇ ਮਾਣ ਤੇ ਖੁਸ਼ੀ ਵਾਲੀ ਗੱਲ ਆ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਵਿਧਾਇਕ ਆ ਸਾਰੇ ਵੱਖ-ਵੱਖ ਖੇਤਰਾਂ ਦੇ ਪੂਰੇ ਪਰਫੈਕਟ ਬੰਦੇ ਆਏ ਆ। ਚਾਹੇ ਕੋਈ ਡਾਕਟਰ ਸੀ, ਕੋਈ ਪ੍ਰਿੰਸੀਪਲ ਆ, ਕੋਈ ਪੱਤਰਕਾਰ ਸੀ, ਕੋਈ ਬਿਜ਼ਨਸਮੈਨ ਸੀ, ਸਾਰੇ ਔਰ ਆਪਣੇ ਐਜੂਕੇਟਡ ਪਲੱਸ ਆਪਦੇ ਕਿੱਤੇ ਦੇ ਮਾਹਰ ਆਏ ਆ ਔਰ ਸਾਰੇ ਨਵੇਂ ਆਏ ਆ ਤੇ ਪੂਰੇ ਟੈਲੈਂਟਡ ਆਏ ਜੀ। ਬਹੁਤ ਤੁਹਾਡੇ ਨਾਲ ਧੰਨਵਾਦ। ਥੈਂਕ ਯੂ। ਤੇ ਵਿਧਾਇਕ ਸਾਹਿਬ ਦੇ ਨਾਲ ਜਿਵੇਂ ਆਪਾਂ ਗੱਲ ਕੀਤੀ ਆ, ਹੁਣ ਜਾਨੀ ਵਿਧਾਇਕ ਸਾਹਿਬ ਦੇ ਹੋਮ ਮਿਨਿਸਟਰ ਜਾਨੀ ਕਿ ਉਹਨਾਂ ਦੀ ਧਰਮ ਪਤਨੀ ਨਾਲ ਵੀ ਗੱਲਬਾਤ ਕਰਨੀ ਹੈ। ਸਵਾਗਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਇਹ ਦੱਸੋ ਵੀ ਜਿਵੇਂ ਕਿਹਾ ਜਾਂਦਾ ਇੱਕ ਰਵਾਇਤ ਜੀ ਹੈ, ਰੀਤ ਜੀ ਸੁਣਦੇ ਆਏ ਆ ਨਿੱਕੇ ਹੁੰਦੇ ਵੀ ਹਰ ਕਾਮਯਾਬ ਇਨਸਾਨ ਪਿੱਛੇ ਉਹਦੀ ਪਤਨੀ ਦਾ ਬਹੁਤ ਵੱਡਾ ਹੱਥ ਹੁੰਦਾ, ਤਾਂ ਤੁਸੀਂ ਇਹ ਦੱਸੋ ਵੀ ਤੁਹਾਡਾ ਇਹਨਾਂ ਲਈ ਯੋਗਦਾਨ ਕਿਵੇਂ ਰਹਿੰਦਾ? ਇਹ ਚਲੋ ਪਬਲਿਕ ਦਾ ਇਹ ਮੰਨਣਾ ਹੁੰਦਾ ਕਿ ਹਰ ਇਨਸਾਨ ਦੇ ਵਿਧਾਇਕ ਸਾਹਿਬ ਕੋਲੇ ਆਓ ਇੱਧਰ, ਔਰਤ ਦਾ ਹੱਥ ਹੁੰਦਾ, ਪਰ ਮੈਨੂੰ ਲੱਗਦਾ ਕਿ ਆਪਣੇ ਆਪ ਵਿੱਚ ਹੀ ਪਰਫੈਕਟ ਨੇ। ਠੀਕ ਹੈ। ਆਪਣੇ ਆਪ ਵਿੱਚ ਹੀ ਕਾਮਯਾਬ ਹੈ। ਅੱਜ ਜਿਵੇਂ ਮੈਂ ਵੇਖਿਆ ਵੀ ਤੁਸੀਂ ਆਫਿਸ 'ਚ ਆਏ ਹੋ ਤੇ ਇਹਨਾਂ ਦੇ ਲਈ ਫਿਰ ਪੂਰਾ ਚੱਲਦਾ ਰਹੋ ਹੁਣ ਪੂਰਾ, ਮਤਲਬ ਇਹ ਤੁਹਾਡੇ ਤੋਂ ਹੀ ਡਰਦੇ ਕਹਿ ਸਕਦੇ ਹੈ? ਨਹੀਂ, ਉਹ ਤਾਂ ਹੁੰਦਾ ਹੀ ਹੈ। ਅੱਛਾ। ਤੇ ਮੈਨੂੰ ਇਹ ਦੱਸੋ ਵੀ ਜਦੋਂ ਸੰਘਰਸ਼ ਹੁੰਦਾ ਇਨਸਾਨ ਦਾ, ਉਹਨਾਂ ਦਿਨਾਂ ਦੇ ਵਿੱਚ ਕੋਈ ਵੀ ਔਰਤ ਆ ਜਿਹੜੀ, ਹਰ ਔਰਤ ਦਾ ਸੁਪਨਾ ਹੁੰਦਾ ਵੀ ਮੈਂ ਜਿਹੜਾ ਆਪਣਾ ਪਤੀ ਚੁਣਾ, ਉਹਦੇ ਕੋਲੇ ਸਾਰੀਆਂ ਸੁੱਖ ਸਹੂਲਤਾਂ ਹੋਣ, ਐਸ਼ੋ ਆਰਾਮ ਹੋਵੇ, ਤਾਂ ਜਦੋਂ ਸੰਘਰਸ਼ ਕਰ ਰਹੇ ਸੀ ਵਿਧਾਇਕ ਸਾਹਿਬ, ਤੁਹਾਡਾ ਵਿਆਹ ਹੁੰਦਾ ਉਦੋਂ, ਤਾਂ ਉਹ ਸਾਰਾ ਕੁਝ ਕਿਵੇਂ ਹੋਇਆ? ਤੁਸੀਂ ਹਾਂ ਕਿਵੇਂ ਕੀਤੀ ਜਾਂ ਤੁਹਾਨੂੰ ਕੀ ਸੋਚ ਕੇ ਮਨ ਦੇ ਵਿੱਚ ਹਾਂ ਕਰੀ ਸੀ ਉਹਨਾਂ ਦਿਨਾਂ 'ਚ? ਨਹੀਂ, ਐਕਚੁਅਲੀ ਮੇਰਾ ਤਾਂ ਜ਼ਿਆਦਾ ਡਿਪੈਂਡ ਆਪਣੇ ਮੰਮੀ ਪਾਪਾ ਤੇ ਸੀ। ਠੀਕ ਹੈ। ਵੀ ਜੋ ਉਹਨਾਂ ਨੂੰ ਅੱਛਾ ਲੱਗਦਾ ਠੀਕ ਹੈ। ਤੇ ਪਰ ਜਾਨੀ ਦੀ ਪਹਿਲਾਂ ਮੇਰੇ ਵੱਡੇ ਸਿਸਟਰ, ਅਸੀਂ ਦੋ ਭੈਣਾਂ ਇੱਕ ਘਰ ਹੀ ਆ। ਅੱਛਾ ਅੱਛਾ। ਤੇ ਫਿਰ ਉਹ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਆਉਂਦੇ ਜਾਂਦੇ ਸੀ ਇਹ, ਤਾਂ ਇਹਨਾਂ ਨੂੰ ਮੈਂ ਚੰਗੀ ਲੱਗੀ ਤਾਂ ਇਹਨਾਂ ਨੇ ਮੈਨੂੰ ਪ੍ਰੈਫਰ ਕੀਤਾ। ਠੀਕ ਹੈ। ਹਾਂਜੀ। ਤੇ ਫਿਰ ਇਹਨਾਂ ਨੇ ਇਹ ਜਿਵੇਂ ਕੁਝ ਨਜ਼ਮਾਂ ਵੀ ਲਿਖਦੇ ਨੇ, ਸ਼ਾਇਰੀ ਵੀ ਕਰਦੇ ਨੇ, ਫਿਰ ਉਦੋਂ ਕੋਈ ਸੁਣਾ ਜਾਂਦੇ ਸੀ ਵੀ ਆਹ ਤੁਹਾਡੇ ਰੰਗ ਰੂਪ ਤੇ ਮੈਂ ਇੰਨੀ ਕੁ ਘਮਾਤੀ ਆ, ਝਰੀਟ ਜੀ ਮਾਰਤੀ ਆ ਹੁਣ ਕੱਲ? ਮੈਨੂੰ ਤਾਂ ਨਹੀਂ ਅੱਜ ਤਾਈਂ ਇਹਨਾਂ ਨੇ ਕੁਝ ਦੱਸਿਆ, ਮਨ 'ਚ ਕੁਝ ਹੋਵੇ ਤਾਂ ਵੱਖਰੀ ਗੱਲ ਹੈ। ਅੱਛਾ। ਹਾਂ, ਮੈਨੂੰ ਖੁੱਲ ਕੇ ਇਹਨਾਂ ਦੀ ਵੈਸੇ ਹੀ ਆਦਤ ਆ ਕਿ ਖੁੱਲ ਕੇ ਗੱਲ ਨਹੀਂ ਕਰਦੇ ਹੈਗੇ। ਅੱਛਾ। ਹਾਂਜੀ। ਤੇ ਮੈਨੂੰ ਉਹ ਦੱਸੋ ਵੀ ਫਿਰ ਜਦੋਂ ਵਿਆਹ ਹੋ ਜਾਂਦਾ ਉਦੋਂ ਦਾ ਜਿਹੜਾ ਸੰਘਰਸ਼ਮਈ ਜੀਵਨ ਸੀ ਇਹਨਾਂ ਦਾ, ਤਾਂ ਤੁਸੀਂ ਫਿਰ ਉਦੋਂ ਮਤਲਬ ਸੁਖੀ ਨਾਲ ਜੀਵਨ ਦੇ ਵਿੱਚ ਚੱਲਿਆ, ਮਤਲਬ ਕੋਈ ਚੱਕਰ ਨਹੀਂ, ਜਿਵੇਂ ਆਪਾਂ ਕਹਿ ਦਿੰਦੇ ਆ ਵੀ ਕੋਈ ਗੱਲ ਨਹੀਂ, ਔਖ ਸੌਖ ਜ਼ਿੰਦਗੀ ਦੇ ਨਾਲ ਹੀ ਇਹ ਸੋਚ ਕੇ ਚੱਲੇ, ਜਾਂ ਫਿਰ ਘਰਦਿਆਂ ਦੇ ਨਾਲ ਥੋੜਾ ਬਹੁਤ ਕੀਤਾ ਗਿਲਾ
ਵੀ ਮੈਨੂੰ ਥੋੜਾ ਨਹੀਂ ਕੋਈ ਸ਼ਿਕਾਇਤ ਨਹੀਂ ਸੀ ਕਿਉਂਕਿ ਬਹੁਤ ਅੱਛਾ ਮੇਨਟੇਨ ਕਰਦੇ ਸੀ। ਠੀਕ ਹੈ। ਤੇ ਪਰ ਵੀ ਜਾਨੀ ਦੀ ਮੈਂ ਦੇਖਦੀ ਸੀ ਕਿ ਮਿਹਨਤੀ ਬਹੁਤ ਹੈ ਠੀਕ ਤੇ ਮੈਂ ਵੀ ਇਹਨਾਂ ਦੀ ਮਿਹਨਤ ਨੂੰ ਸਲੂਟ ਕਰਦੀ ਆ ਅੱਛਾ। ਕਿ ਵਾਕਈ ਬਹੁਤ ਮਿਹਨਤੀ ਆ, ਵੀ ਇੰਨੀ ਮਿਹਨਤ ਕਰਨ ਵਾਲਾ ਬੰਦਾ ਕਾਮਯਾਬ ਹੋਣਾ ਹੀ ਸੀ ਤੇ ਹੋਣਾ ਵੀ ਚਾਹੀਦਾ ਹੈ, ਹੁੰਦੇ ਵੀ ਹੈ। ਅੱਛਾ। ਤੇ ਮੈਂ ਦੇਖਿਆ ਕਿ ਇੰਨੀ ਮਿਹਨਤ ਕੋਈ ਕਰ ਨਹੀਂ ਸਕਦਾ। ਹੁਣ ਵੀ ਮੈਂ ਤਾਂ ਕਦੇ ਕਦੇ ਅਕਾ ਹੋ ਜਾਂਦਾ ਮੈਨੂੰ, ਅੱਛਾ। ਜਦੋਂ ਜ਼ਿਆਦਾ ਪਬਲਿਕ ਆਂਦੀ ਆ, ਡੀਲਿੰਗ ਕਰਨੀ ਹੁੰਦੀ ਹੈ, ਡੀਲ ਕਰਨਾ ਹੁੰਦਾ, ਜਾਂ ਫਿਰ ਕਦੇ ਇੱਧਰ ਜਾਓ, ਸਾਰਾ ਮੇਰੇ ਤੇ ਵੀ ਡਿਪੈਂਡ ਹੋ ਜਾਂਦਾ। ਅਸੀਂ ਦੋਨੋਂ ਜਾਣੀਆਂ ਘਰ, ਮੰਮੀ ਪਾਪਾ ਬਜ਼ੁਰਗ ਨੇ, ਇਹ ਪਰ ਜਾਨੀ ਦੀ ਇਹ ਨਹੀਂ ਅੱਕਦੇ, ਹਿੰਮਤੀ ਨੇ। ਹਾਂਜੀ। ਤੇ ਮੈਨੂੰ ਇਹ ਦੱਸੋ ਵੀ ਅਕਸਰ ਕਿਹਾ ਜਾਂਦਾ ਵੀ ਪੱਤਰਕਾਰ ਹੁੰਦੇ ਨੇ ਜਿਹੜੇ ਆਡਾ ਲਾਉਣ ਚ ਬਹੁਤ ਮਤਲਬ ਪਹਿਲ ਨੰਬਰ ਤੇ ਹੁੰਦੇ ਨੇ, ਤੇ ਉਦੋਂ ਡਰੇ ਨਹੀਂ ਤੁਸੀਂ? ਨਹੀਂ, ਇਹ ਗੱਲ ਮੈਂ ਨਹੀਂ ਮੰਨਦੀ। ਅੱਛਾ। ਨਹੀਂ, ਇਹ ਲੜਦੇ ਨਹੀਂ ਹੈਗੇ। ਅੱਛਾ, ਲੜਦੇ ਨਹੀਂ। ਤਾਂ ਫਿਰ ਮੈਨੂੰ ਉਦੋਂ ਦੱਸੋ ਵੀ ਜਦੋਂ ਇਹ ਮਤਲਬ ਰਾਜਨੀਤੀ ਦੇ ਖੇਤਰ ਚੁਣਦੇ ਨੇ, ਤੁਹਾਡੀ ਹਾਂ ਸੀ ਜਾਂ ਫਿਰ ਇਹਨਾਂ ਨੇ ਹਾਂ ਕਰਵਾਈ? ਨਹੀਂ, ਉਦੋਂ ਤਾਂ ਮੈਨੂੰ ਲੱਗਦਾ ਸੀਗਾ ਕਿ ਜਿੱਧਰ ਇਹ ਜਾਂਦੇ ਆ, ਜੋ ਵੀ ਇਹ ਟਰੈਕ ਚੁਣਦੇ ਆ, ਕਿਉਂਕਿ ਬਹੁਤ ਸਾਰੇ ਮੈਂ ਦੇਖਿਆ ਵੀ ਜਿਹੜਾ ਵੀ ਇਹ ਰਸਤਾ ਚੂਜ਼ ਕਰਦੇ ਸੀ ਤਾਂ ਮੈਨੂੰ ਲੱਗਦਾ ਸੀ ਵੀ ਇਹ ਸਹੀ ਹੈ। ਅੱਛਾ। ਹਾਂਜੀ, ਤਾਂ ਫਿਰ ਉਹਦੇ ਵਿੱਚ ਮੈਂ ਕੋਈ ਆਨਾਕਾਨੀ ਨਹੀਂ ਕਰੀ ਕਿ ਤੁਸੀਂ ਕਿਹੜੇ ਟਰੈਕ ਤੇ ਜਾਣਾ, ਜੋ ਵੀ ਇਹਨਾਂ ਨੂੰ ਅੱਛਾ ਲੱਗਿਆ ਠੀਕ ਹੈ, ਮੈਂ ਇਹਨਾਂ ਦਾ ਸਾਥ। ਤੇ ਮੈਨੂੰ ਇਹ ਦੱਸੋ ਵੀ ਜਦੋਂ ਕੋਈ ਵੀ ਵਿਧਾਇਕ ਹੁੰਦਾ ਹੈ ਤਾਂ ਜਿਹੜੀਆਂ ਬਹੁਤ ਸਾਰੇ ਲੋਕ ਹੁੰਦੇ ਨੇ ਨਾ, ਉਹ ਚੋਰ ਮੋਰੀ ਥਾਈ ਆਉਣ ਦੀ ਕੋਸ਼ਿਸ਼ ਕਰਦੇ ਨੇ ਵੀ ਵਿਧਾਇਕ ਸਾਹਿਬ ਤਾਂ ਚਲੋ ਨਹੀਂ ਮੰਨਦੇ ਤੇ ਇੱਧਰ ਬੀਬੀ ਜੀ ਨੂੰ ਫਰਿਆਦ ਲਾ ਦਈਏ, ਇਹੋ ਜਿਹੇ ਵੀ ਆ ਜਾਂਦੇ ਨੇ ਕਈ? ਆਉਂਦੇ ਆ, ਹਾਂਜੀ। ਫਿਰ ਉਹਨਾਂ ਨੂੰ ਬੈਠੇ ਹੀ ਕਹਿ ਦਿੰਦੇ ਵੀ ਆਹ ਚੱਕੋ, ਤੁਹਾਡੇ ਕਹਿਣ ਤੇ ਕੰਮ ਕਰਾਤਾ। ਨਹੀਂ, ਜਿਹੜਾ ਕੰਮ ਜਾਇਜ਼ ਆ ਉਹ ਹੋਣਾ ਹੀ ਚਾਹੀਦਾ ਹੈ। ਅੱਛਾ। ਇਹ ਨਹੀਂ ਹੈਗਾ ਜਾਇਜ਼ ਕੰਮ ਅਸੀਂ ਸਾਰੇ ਕਰਵਾਉਂਦੇ ਆ। ਠੀਕ ਹੈ। ਇਹ ਹੈ ਵੀ ਪਬਲਿਕ ਦੇ ਕੰਮ ਹੋਣੇ ਚਾਹੀਦੇ। ਠੀਕ ਹੈ। ਤੇ ਕਿੰਨਾ ਕੁ ਫਰਕ ਲੱਗਦਾ? ਇੱਕ ਤਾਂ ਉਹ ਸੀ ਵਿਧਾਇਕ ਸਾਹਿਬ ਜਦੋਂ ਸੰਘਰਸ਼ ਕਰਦੇ ਹੁੰਦੇ ਸੀ, ਹੁਣ ਚਿੱਟੇ ਪਾਏ ਨੇ, ਪੱਗ ਬੰਨੀਆਂ ਠੋਕ ਕੇ, ਹੁਣ ਚੰਗਾ ਲੱਗਦਾ ਕਿ ਮਤਲਬ ਉਸ ਚੀਜ਼ ਨੂੰ ਕਿਵੇਂ ਮਹਿਸੂਸ ਕਰਦੇ ਅੱਜ ਵਾਲੇ ਨਹੀਂ ਬਿਲਾਸਪੁਰੀ ਸਾਹਿਬ ਨੂੰ? ਲੁੱਕ ਤਾਂ ਇਹਨਾਂ ਦੀ ਉਦੋਂ ਵੀ ਇਦਾਂ ਹੀ ਸੀ। ਅੱਛਾ। ਹੁਣ ਥੋੜਾ ਜਿਹਾ ਜ਼ਿਆਦਾ ਬਿਜੀ ਹੋਣ ਕਰਕੇ ਘਰਦਿਆਂ ਨੂੰ ਟਾਈਮ ਘੱਟ ਮਿਲਦਾ। ਅੱਛਾ। ਹਾਂਜੀ। ਜਿਵੇਂ ਕਿਹਾ ਜਾਂਦਾ ਨਾ ਵੀ ਔਰ ਜਿਹੜਾ ਬੰਦੇ ਦਾ ਖੁਸ਼ੀ ਦਾ ਰਸਤਾ ਉਹ ਢਿੱਡ ਥਾਣੀ ਹੋ ਕੇ ਜਾਂਦਾ, ਫਿਰ ਬਿਲਾਸਪੁਰੀ ਸਾਹਿਬ ਬਣ ਕੇ ਚਲੋ ਨਾਰਾਜ਼ ਨੇ, ਫਿਰ ਕਿਹੜੀ ਚੀਜ਼ ਖਵਾ ਕੇ ਮੂਹਰੇ ਧਰਦੇ ਵੀ ਕਹਿੰਦੇ ਵੀ ਅੱਜ ਚਲੋ ਸਾਰੇ ਗੁੱਸੇ ਗਿਲੇ ਖਤਮ? ਨਹੀਂ, ਇਹ ਨਾਰਾਜ਼ ਹੁੰਦੇ ਹੀ ਨਹੀਂ। ਅੱਛਾ। ਇਹ ਮਤਲਬ ਅੱਜ ਜ਼ਿਆਦਾ ਤਾਰੀਫ ਹੋ ਰਹੀ ਹੈ, ਇਹ ਸਿਖਾ ਕੇ ਤਾਂ ਨਹੀਂ ਲਿਆਏ ਤੁਹਾਨੂੰ ਸਾਈਡ ਜੇ ਤੇ ਲੈ ਕੇ ਗਏ? ਬਿਲਕੁਲ ਨਹੀਂ, ਇਹ ਨਾਰਾਜ਼ ਹੁੰਦੇ ਹੀ ਨਹੀਂ। ਅੱਛਾ। ਮੈਂ ਥੋੜਾ ਗੁੱਸਾ ਕਰ ਲੈਂਦੀ ਆ ਕਿਸੇ ਵੀ ਚੀਜ਼ ਦਾ। ਠੀਕ ਹੈ। ਪਰ ਇਹ ਮੈਨੂੰ ਮਨਾਉਂਦੇ ਆ ਕਿ ਨਹੀਂ ਆਹ ਗੱਲ ਇਦਾਂ ਹੈ। ਅੱਛਾ। ਤੇ ਹੁਣ ਕਿੰਨਾ ਕੁ ਫਰਕ ਲੱਗਦਾ ਜਦੋਂ ਤੁਸੀਂ ਵੀ ਜ਼ਿੰਮੇਵਾਰੀ ਤੁਹਾਡੇ ਤੇ ਵੀ ਓਨੀ ਆ ਤੇ ਬੋਲਣ ਚ, ਰਹਿਣ ਸਹਿਣ ਚ, ਜਿਵੇਂ ਅੱਜ ਕੱਲ ਮੀਡੀਆ ਹਾਵੀ ਹੈ, ਤੇ ਡਰ ਲੱਗਦਾ ਕਦੇ ਇਸ ਚੀਜ਼ ਤੋਂ ਵੀ ਮਤਲਬ ਕੋਈ ਇਸ ਤਰ੍ਹਾਂ ਦੀ ਗੱਲ ਬੋਲੀ ਨਾ ਜਾਵੇ, ਮੂੰਹ ਦੇ ਵਿੱਚੋਂ ਕੋਈ ਗੱਲ ਨਾ ਨਿਕਲ ਜੇ, ਤਾਂ ਉਹਨਾਂ ਚੀਜ਼ਾਂ ਦਾ ਕਿੰਨਾ ਕੁ ਧਿਆਨ ਰੱਖਦੇ? ਜੇ ਅਸੀਂ ਹਰ ਇੱਕ ਜਗ੍ਹਾ ਤੇ ਸਹੀ ਆ ਜੀ, ਫਿਰ ਕੋਈ ਡਰ ਨਹੀਂ ਹੈਗਾ, ਚਾਹੇ ਕੁਝ ਵੀ ਹੈ, ਕਿਉਂਕਿ ਪਬਲਿਕ ਨੂੰ ਪਤਾ ਹੁੰਦਾ ਵੀ ਕਿਹੜਾ ਪਰਸਨ ਕਿਵੇਂ ਦਾ। ਸੋ ਸਾਰਾ ਕੁਝ ਅਸੀਂ ਵਾਹਿਗੁਰੂ ਤੇ ਛੱਡਿਆ ਹੋਇਆ ਹੈ। ਅੱਛਾ। ਅਸੀਂ ਸਹੀ ਆ ਤਾਂ ਸਾਰਾ ਕੁਝ ਸਹੀ ਹੋਊਗਾ। ਅੱਛਾ, ਮੈਨੂੰ ਮੈਂ ਦੋ ਸਵਾਲ ਪੁੱਛਣੇ ਨੇ। ਇੱਕ ਤਾਂ ਦੱਸੋ ਵੀ ਵਿਧਾਇਕ ਸਾਹਿਬ ਦੀ ਕਿਹੜੀ ਚੀਜ਼ ਹੈ ਜਿਹੜੀ ਸਭ ਤੋਂ ਵੱਧ ਚੰਗੀ ਲੱਗਦੀ ਹੈ, ਤੇ ਇੱਕ ਚੀਜ਼ ਤੇ ਕਦੇ ਨਾ ਕਦੇ ਕਹਿ ਦਿੰਦੇ ਹੋ ਵੀ ਆਹ ਤੁਸੀਂ ਕੰਮ ਠੀਕ ਨਹੀਂ ਕੀਤਾ? ਇਹਨਾਂ ਦੀ ਮੈਨੂੰ ਪੱਗ ਬਹੁਤ ਅੱਛੀ ਲੱਗਦੀ ਹੈ। ਅੱਛਾ। ਪੱਗ ਬਹੁਤ ਸੋਹਣੀ ਲੱਗਦੀ ਹੈ। ਅੱਛਾ, ਹੁਣ ਅੱਜ ਤੋਂ ਬਾਅਦ ਇਹ ਹੋਰ ਟਾਈਮ ਲਾਉਣਗੇ। ਅੱਛਾ, ਮਾੜੀ ਕਿਹੜੀ ਚੀਜ਼ ਲੱਗਦੀ ਹੈ? ਨਹੀਂ, ਮਾੜੀ ਤਾਂ ਹੁਣ ਮੈਂ ਨਹੀਂ ਦੱਸਣਾ ਅੱਛਾ, ਚਾਹਾਂਗੀ। ਲੇਟ ਆਉਂਦੇ ਹੋਣਗੇ? ਹਾਂ, ਜ਼ਿਆਦਾ ਲੇਟ ਆਉਂਦੇ ਆ। ਜ਼ਿਆਦਾ ਲੇਟ ਆਉਂਦੇ ਆ। ਬਹੁਤ ਵੇਟ ਬਹੁਤ ਕਰਾਉਂਦੇ ਆ। ਅੱਛਾ। ਹਾਂ। ਨਹੀਂ, ਕਦੇ ਕਦੇ ਐ ਨਹੀਂ ਲੱਗਦਾ ਵੀ ਜਿਵੇਂ ਤੁਸੀਂ ਮੰਨ ਕੇ ਚਲੋ ਇਹਨਾਂ ਨੇ ਕਹਿਤਾ ਵੀ ਮੈਂ 15 ਮਿੰਟ ਚ ਆ ਗਿਆ, ਬਾਅਦ ਚ ਤੁਸੀਂ ਆਫਿਸ ਫੋਨ ਕਰਿਆ, ਉਹ ਕਹਿਣਗੇ ਵੀ ਇਸ ਦਾ 2 ਘੰਟੇ ਲੱਗਦੇ? ਹਾਂ, ਨਹੀਂ, 2 ਕੀ ਬਹੁਤ ਸਾਰਾ ਦਿਨ ਗੁਜ਼ਰ ਜਾਂਦਾ ਕਈ ਵਾਰੀ। ਅੱਛਾ। ਉਡੀਕਦਿਆਂ ਨੂੰ ਤਾਂ ਫਿਰ ਫੀਲ ਹੁੰਦਾ ਕਿ ਅੱਛਾ। ਵੀ ਸਹੀ ਦੱਸ ਦੇਣ। ਜਿਵੇਂ ਨਾ ਕੁੜੀ ਦੀ ਜਿਹੜੀ ਸਰਦਾਰੀ ਹੁੰਦੀ ਹੈ, ਉਹ ਪੇਕਿਆਂ ਦੇ ਵਿੱਚ ਉਹਦੇ ਘਰ ਵਾਲੇ ਨੇ ਬਣਾਉਣੀ ਹੁੰਦੀ ਹੈ, ਤਾਂ ਹੁਣ ਜਦੋਂ ਸਰਦਾਰੀ ਮਹਿਸੂਸ ਕਰਦੇ, ਹੁਣ ਜਦੋਂ ਪੇਕੀ ਜਾਂਦੇ ਆਂਢ ਗੁਆਂਢ ਦੀਆਂ ਪੁੱਛਦੀ ਹੋਣੀਆਂ ਵੀ ਹੁਣ ਤਾਂ ਪੂਰੀ ਲਹਿਰਾਂ ਬਹਿਰਾਂ ਨੇ, ਉਹ ਚੀਜ਼ ਕਿਵੇਂ ਜੇ ਲੱਗਦੀ ਹੈ? ਨਹੀਂ, ਬਹੁਤ ਅੱਛਾ ਲੱਗਦਾ, ਸਾਰੇ ਬਹੁਤ ਰਿਸਪੈਕਟ ਕਰਦੇ ਆ ਤੇ ਇਹਨਾਂ ਦੀ ਵੀ ਬਹੁਤ ਰਿਸਪੈਕਟ ਕਰਦੇ ਆ, ਫਿਰ ਬਹੁਤ ਵਧੀਆ ਲੱਗਦਾ ਦੇਖ। ਵਿਧਾਇਕ ਸਾਹਿਬ ਵੀ ਜਦੋਂ ਤੁਹਾਡਾ ਵਿਆਹ ਹੁੰਦਾ, ਸੰਘਰਸ਼ ਦੇ ਦਿਨ ਹੁੰਦੇ ਨੇ, ਤਾਂ ਉਦੋਂ ਤੁਸੀਂ ਇਹਨਾਂ ਨੂੰ ਪਸੰਦ ਕਰਦੇ ਹੋ, ਇਹਨਾਂ 'ਚ ਕਿਹੜੀ ਖੂਬੀ ਲੱਗੀ ਵੀ ਤੁਸੀਂ ਝੱਟ ਪਸੰਦ ਕਰਕੇ ਫਰਮਾਇਸ਼ ਪਾਤੀ ਅੱਗੇ? ਜਿਵੇਂ ਇਹਨਾਂ ਨੇ ਕਿਹਾ ਵੀ ਇਹ ਜੋ ਮਤਲਬ ਰਸਤਾ ਚੂਜ਼ ਕਰਦੇ ਆ ਉਹ ਸਹੀ ਹੁੰਦਾ, ਤੇ ਮੈਨੂੰ ਤਕਰੀਬਨ ਕੋਈ ਵੀ ਮੈਂ ਫੈਸਲਾ ਲੈਣਾ, ਮੈਨੂੰ ਪ੍ਰਮਾਤਮਾ ਵੱਲੋਂ ਜੱਜਮੈਂਟ ਹੋ ਜਾਂਦੀ ਹੈ ਵੀ ਜੇ ਆਹ ਫੈਸਲਾ ਕਰ ਲਈਏ ਤਾਂ ਇਹਦਾ ਆਹ ਨਤੀਜਾ ਹੋਊ। ਠੀਕ ਹੈ। ਤੇ ਮੈਨੂੰ ਕਿਉਂਕਿ ਸੰਘਰਸ਼ ਮੇਰਾ ਬੜਾ ਤੇਜ਼ ਸੀ, ਮੈਨੂੰ ਪਤਾ ਸੀ ਵੀ ਮੈਂ ਲਾਈਫ ਦੇ ਵਿੱਚ ਕੋਈ ਬਣਨਾ ਤੇ ਬਣਨਾ ਚਾਹੁੰਦਾ ਜੀ। ਤੇ ਕਿਉਂਕਿ ਜਦੋਂ ਲਾਈਫ 'ਚ ਬੰਦੇ ਨੇ ਕੋਈ ਬਣਨਾ ਹੁੰਦਾ, ਉਹਦੇ ਪਿੱਛੇ ਜਿਹੜੀ ਉਹਦੀ ਵਾਈਫ ਹੁੰਦੀ ਉਹਦਾ ਬਹੁਤ ਵੱਡਾ ਰੋਲ ਹੁੰਦਾ। ਮੈਨੂੰ ਸੀ ਵੀ ਇਹ ਤਾਂ ਮੇਰਾ ਚੰਗਾ ਸਾਥ ਦੇ ਸਕਦੇ ਆ, ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਬਹੁਤ ਚੰਗਾ ਸਾਥ ਮਿਲਿਆ। ਕਈ ਵਾਰ ਤਾਂ ਪਰਿਵਾਰ ਦੇ ਵਿੱਚ ਕਹਿ ਲਓ ਵੀ ਰੋਟੀ ਪਾਣੀ ਤੋਂ ਵੀ ਮਥਾਜ ਹੋਣ ਦਾ ਸਮਾਂ ਰਿਹਾ,
ਦੋਨੋਂ ਪੜਾਉਂਦੇ ਹੁੰਦੇ ਸੀ ਨਗੂਣੀ ਜੀ ਤਨਖਾਹ ਤੇ। ਔਰ ਸਵੇਰ ਦਾ ਕਿਰਾਇਆ ਵੀ ਬੱਸ ਦਾ ਕਈ ਵਾਰ ਮੰਗ ਕੇ ਜਾਂਦੇ ਸੀ, ਬਾਅਦ 'ਚ ਮਹੀਨੇ ਬਾਅਦ ਕਿਤੇ ਨਗੂਣੀ ਜੀ ਤਨਖਾਹ ਮਿਲਦੀ ਸੀ, ਉਹਦੇ ਵਿੱਚੋਂ ਉਤਾਰਦੇ ਸੀ। ਫਿਰ ਸਕੂਟਰਾਂ ਤੇ ਮੋਟਰਸਾਈਕਲਾਂ ਤੇ ਗਰਮੀ ਦੇ ਵਿੱਚ ਮੀਂਹਾਂ ਦੇ ਵਿੱਚ ਅਸੀਂ ਇਕੱਠਿਆਂ ਨੇ ਜਾਣਾ, ਇਕੱਠਿਆਂ ਨੇ ਆਉਣਾ। ਤੇ ਉਹ ਮਤਲਬ ਕਹਿੰਦਾ ਪਰ ਮੈਨੂੰ ਪਤਾ ਸੀ ਵੀ ਮੇਰੇ ਨਾਲ ਕੌਣ ਕੱਟ ਸਕਦਾ। ਤੇ ਮੈਨੂੰ ਇਹ ਦੱਸੋ ਵੀ ਕਦੇ ਬੈਠ ਕੇ ਦੋਵੇਂ ਜੀ ਭਾਵੁਕ ਹੋਏ ਹੋ ਵੀ ਕਦੇ ਸਕੂਟਰ ਵੀ ਮੰਗਣੇ ਪੈਂਦੇ ਸੀ, ਅੱਜ ਮਹਾਰਾਜ ਨੇ ਗੱਡੀਆਂ ਵੀ ਦੇਤੀਆਂ, ਅਹੁਦੇ ਵੀ ਦੇਤੇ? ਨਹੀਂ, ਭਾਵੁਕ ਵਾਲੀ ਕੋਈ ਗੱਲ ਨਹੀਂ, ਬਸ ਪ੍ਰਮਾਤਮਾ ਦਾ ਸ਼ੁਕਰਾਨਾ ਕਰੀਦਾ ਬਸ। ਚਲੋ ਤੇ ਧੰਨਵਾਦ ਜੀ। ਠੀਕ ਹੈ ਜੀ।